हो गया। हाँ हाँ तुम चेक कर लो अपने लो, हो गया इधरों जी, तुम चेक कर लो। कर लिए जी फिर शुरू। ਸਾਰਿਆਂ ਦਾ ਪਹਿਲਾਂ ਤਾਂ ਜੀ ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ। ਅੱਜ ਬਹੁਤ ਹੀ ਸੰਵੇਦਨਸ਼ੀਲ ਮੁੱਦੇ ਤੇ ਆਪਾਂ ਸਾਰੇ ਇਕੱਠੇ ਹੋਏ ਆ, ਕਿਉਂਕਿ ਇਹ ਸਾਰਾ ਮਾਮਲਾ ਜਿਹੜਾ ਹੈ, ਚਾਹੇ ਇਹ ਹਾਦਸਾ ਤਾਂ ਜ਼ਰੂਰ ਮਾਝੇ 'ਚ ਵਾਪਰਿਆ, ਮਗਰ ਇਹਦੇ ਰੀਪਰਕਸ਼ਨ, ਇਹਦਾ ਅਸਰ ਔਰ ਇਹ ਬੜੇ ਦੇਰ ਤੋਂ ਹੋਣ ਨੂੰ ਇਹ ਹਾਦਸਾ ਬੈਠਿਆ ਸੀਗਾ। ਇਟ ਵਾਜ਼ ਵੇਟਿੰਗ ਟੂ ਹੈਪਨ। ਅੱਜ ਨਹੀਂ, ਬੜੇ ਦਿਨਾਂ ਤੋਂ ਇਸ ਗੱਲ ਦੀ ਚਰਚਾ ਚੱਲਦੀ ਸੀ। ਔਰ ਮੈਂ ਆਪਣੀ ਇਹ ਗੱਲ ਸ਼ੁਰੂ ਕਰਨ ਤੋਂ ਪਹਿਲਾਂ, ਸਭ ਤੋਂ ਪਹਿਲਾਂ ਤਾਂ ਮੈਂ ਜਿਹੜੇ 100 ਤੋਂ ਵੱਧ, ਔਰ ਠੀਕ ਹੈ ਤੁਹਾਡਾ ਸਰਕਾਰੀ ਫਿਗਰ ਹਲੇ 86 ਦੱਸ ਰਿਹਾ ਜਾਂ 83 ਦੱਸ ਰਿਹਾ, ਮਗਰ ਜਿਹੜੀ ਡੈਥਸ ਹੋਈਆਂ ਨੇ ਉਹ 100 ਤੋਂ ਜ਼ਿਆਦਾ ਹੋਈਆਂ। ਐਡਮਿਨਿਸਟ੍ਰੇਸ਼ਨ ਕਈ ਥਾਵਾਂ ਤੇ ਉਸ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਿਹਾ ਫਿਗਰਸ ਨੂੰ। ਇਸ ਲਈ ਸਭ ਤੋਂ ਪਹਿਲਾਂ ਤਾਂ ਮੈਂ ਉਹਨਾਂ ਪਰਿਵਾਰਾਂ ਨਾਲ, ਉਹ ਗਰੀਬ ਪਰਿਵਾਰਾਂ ਨਾਲ, ਲੋੜਵੰਦ ਪਰਿਵਾਰਾਂ ਨਾਲ, ਸਾਡੇ ਪੰਜਾਬੀ ਭਰਾਵਾਂ ਨਾਲ, ਭੈਣਾਂ ਨਾਲ ਜਿੱਥੇ ਦੁੱਖ ਸਾਂਝਾ ਕਰਦਾ ਹੈ ਕਿ ਐਡਾ ਵੱਡਾ ਇਹ ਕਾਂਗਰਸ ਦੀ ਮੈਨ ਮੇਡ ਜਿਹੜੀ ਟ੍ਰੈਜੇਡੀ ਹੈ, ਉਹਦੇ ਬਾਰੇ ਅੱਜ ਆਪਾਂ ਨੂੰ ਇੱਥੇ ਇਕੱਠੇ ਹੋ ਕੇ ਇਹਦੇ ਬਾਰੇ ਵਿਚਾਰ ਕਰਨਾ ਪੈ ਰਿਹਾ। ਜਿੱਥੇ ਸਭ ਤੋਂ ਪਹਿਲਾਂ ਮੈਂ ਅਫਸੋਸ ਜ਼ਾਹਿਰ ਕਰਦਾ, ਦੁੱਖ ਸਾਂਝਾ ਕਰਦਾ, ਪਰਮਾਤਮਾ ਦੇ ਚਰਨਾਂ 'ਚ ਇਹ ਅਰਦਾਸ ਬੇਨਤੀ ਹੈ ਕਿ ਸੱਚੇ ਪਾਤਸ਼ਾਹ ਉਹਨਾਂ ਨੂੰ, ਵਿਛੜੀਆਂ ਰੂਹਾਂ ਨੂੰ ਆਪਣੇ ਚਰਨਾਂ ਕਮਲਾਂ 'ਚ ਨਿਵਾਸ ਬਖਸ਼ਣ। ਪਿੱਛੇ ਪਰਿਵਾਰ, ਸਾਕ ਸੰਬੰਧੀਆਂ ਨੂੰ ਇਹ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ, ਕਿਉਂਕਿ ਬਹੁਤ ਹੀ ਦੁਖਦਾਈ ਉਹ ਸੀਨ ਹੈ। ਤੁਸੀਂ ਕਈ ਪਰਿਵਾਰਾਂ 'ਚ ਸ਼ਾਇਦ ਗਏ ਨਹੀਂ, ਜਾ ਕੇ ਵੇਖਿਓ ਐਡੀ ਗਰੀਬੀ, ਔਰ ਜਿਹੜਾ ਉਹਨਾਂ ਦਾ ਕਮਾਉਣ ਵਾਲਾ ਬੰਦਾ ਸੀ ਉਹ ਇਹ ਸੰਸਾਰ ਤੋਂ ਚਲੇ ਗਿਆ। ਔਰ ਇਹ ਮੈਂ ਜਿਹੜੀ ਗੱਲ ਅੱਜ ਆ ਰਿਹਾ ਜਿਸ ਗੱਲ ਤੇ, ਦੇਖੋ ਅੱਜ ਦੁਬਾਰ ਤੋਂ ਮੁੱਖ ਮੰਤਰੀ ਸਾਹਿਬ, ਇਹਦੇ ਲਈ ਸਿੱਧੇ ਤੇ ਸਿੱਧੇ ਜੇ ਕੋਈ ਬੰਦਾ ਜ਼ਿੰਮੇਵਾਰ ਹੈ ਤੇ ਉਹ ਮੁੱਖ ਮੰਤਰੀ ਸਾਹਿਬ ਹੈ ਤੇ ਉਹਨਾਂ ਦੀ ਕਾਂਗਰਸ ਪਾਰਟੀ ਆ ਤੇ ਉਹਨਾਂ ਦੇ ਐਮਐਲਏ ਤੇ ਵਜ਼ੀਰ ਨੇ, ਕੋਈ ਇਹਦੇ 'ਚ ਹੋਰ ਜ਼ਿੰਮੇਵਾਰ ਨਹੀਂ। ਅੱਜ ਇੱਕ ਡਰਾਮਾ ਰਚਿਆ ਗਿਆ ਕਿ ਜੀ ਆ 6 ਅਫਸਰ ਸਸਪੈਂਡ ਕਰਤੇ। ਉਹਨਾਂ ਅਫਸਰਾਂ ਦਾ ਕਾਹਦਾ ਦੋਸ਼ ਕੱਢੋਗੇ ਤੁਸੀਂ? ਉਹ ਅਫਸਰਾਂ ਨੂੰ ਲਾ ਕੌਣ ਰਿਹਾ ਸੀ? ਉਹ ਅਫਸਰਾਂ ਦੀ ਅਪਾਇੰਟਮੈਂਟ ਕੌਣ ਕਰ ਰਿਹਾ ਸੀਗਾ? ਕੁਝ ਸਮਾਂ ਪਹਿਲਾਂ ਹੀ ਤੁਹਾਡੇ ਕੋਲ ਉਹ ਆਈ ਸੀ, ਇੱਕ ਐਸਐਚਓ ਦੀ ਵੀਡੀਓ ਵਾਇਰਲ ਹੋਈ ਸੀ, ਜਿੱਥੇ ਉਹਨੇ ਹਰਮਿੰਦਰ ਗਿੱਲ ਨੂੰ ਚੈਲੰਜ ਕੀਤਾ ਸੀਗਾ ਕਿ ਹਰਮਿੰਦਰ ਗਿੱਲ ਨੂੰ ਇਹ ਕਿਹਾ ਸੀਗਾ, ਹਰਮਿੰਦਰ ਗਿੱਲ ਉਹਨੂੰ ਕਹਿੰਦਾ ਸੀ ਕਿ ਤੂੰ ਜਾਣਦਾ ਨਹੀਂ ਮੈਂ ਕੌਣ ਆ, ਤੂੰ ਐਮਐਲਏ ਨੂੰ ਸਤਿ ਸ੍ਰੀ ਅਕਾਲ ਨਹੀਂ ਬੁਲਾਈ। ਤੇ ਜਿਹੜੀ ਉਹ ਸਤਿ ਸ੍ਰੀ ਅਕਾਲ ਦੀ ਚਰਚਾ ਬੜੀ ਚੱਲੀ ਸੀ ਕਿ ਇਹ ਕਿਹੜੀ ਸਤਿ ਸ੍ਰੀ ਅਕਾਲ ਬੁਲਾਉਣਾ ਚਾਹੁੰਦਾ। ਸਤਿ ਸ੍ਰੀ ਅਕਾਲ ਇੱਥੇ ਸਾਡੇ ਮਾਝੇ 'ਚ ਉਹੀ ਚੱਲ ਰਹੀ ਹੈ ਕਿ ਜਿਹੜਾ ਸਤਿ ਸ੍ਰੀ ਅਕਾਲ ਉਹ ਜਿਹੜੀ ਕਾਂਗਰਸ ਦੇ ਇਸ਼ਾਰੇ ਤੇ, ਇਹਨਾਂ ਦੇ ਲੀਡਰਾਂ ਦੇ ਇਸ਼ਾਰੇ ਤੇ ਕੰਮ ਕਰੇ ਤੇ ਉਹਦੀ ਤਾਂ ਸਤਿ ਸ੍ਰੀ ਅਕਾਲ ਮੰਨੀ ਜਾਊਗੀ, ਤੇ ਜੇ ਉਹਨਾਂ ਦੇ ਇਸ਼ਾਰੇ ਤੇ ਕੰਮ ਨਾ ਕਰੇ ਉਹਨਾਂ ਕਿਸੇ ਦੀ ਸਤਿ ਸ੍ਰੀ ਅਕਾਲ ਨਹੀਂ ਮੰਨੀ ਜਾਊਗੀ। ਅੱਜ ਉਹ ਐਸਐਚਓ ਵੀ ਅਖੀਰ 'ਚ ਹਰੀਕੇ ਤੋਂ ਟ੍ਰਾਂਸਫਰ ਕਰਤਾ ਗਿਆ। ਜ਼ਰੂਰ 15-20 ਦਿਨ ਦਿੱਤੇ ਗਏ, ਮਗਰ ਅਖੀਰ 'ਚ ਉਹਦੀ ਟ੍ਰਾਂਸਫਰ ਹੋ ਗਈ। ਮੈਂ ਜਿਹੜੀ ਗੱਲ ਤੇ ਆ ਰਿਹਾ ਕਿ ਵੇਖੋ ਹੋ ਕੀ ਰਿਹਾ। ਕੈਪਟਨ ਅਮਰਿੰਦਰ ਸਿੰਘ ਨੇ ਕੱਲ ਦਾ ਇੱਕ ਡੰਬਰ ਰਚਿਆ ਹੋਇਆ ਕਿ ਬੜੀਆਂ ਰੇਡਾਂ ਹੋਈਆਂ ਜੀ, ਝਿਲਮਿਲ ਢਾਬੇ 'ਚ ਰੇਡ ਹੋਈ, ਫਲਾਣੀ ਥਾਂ ਰੇਡ ਹੋਈ। ਯਾਰ ਕਮਾਲ ਹੋ ਗਈ, ਹਾਦਸਾ ਤਾਂ ਵਾਪਰਿਆ ਬਾਰਡਰ ਦੇ ਇਲਾਕੇ 'ਚ। ਇਹ ਜਿਹੜੀ ਸ਼ਰਾਬ ਦੀ ਚਰਚਾ ਚੱਲ ਰਹੀ ਹੈ, ਆਫਟਰ ਆਲ ਇਹ ਸ਼ਰਾਬ ਹੈ ਕਿਹੜੀ? ਇਹ ਬਾਰ-ਬਾਰ ਜ਼ਿਕਰ ਆ ਰਿਹਾ ਕਿ ਜਿਹੜੀ ਫੈਕਟਰੀਆਂ 'ਚੋਂ ਐਕਸਟਰਾ ਨਿਊਟਰਲ ਐਲਕੋਹਲ ਜਿਹੜੀ ENA ਨਿਕਲਦੀ ਹੈ, ਜਿਹਦੀ ਅਸਲ 'ਚ ਤਾਂ ਐਵਰੀਥਿੰਗ ਇਜ਼ ਅਕਾਊਂਟਡ ਫॉर, ਮਗਰ ਉਹਦੀ ਅਕਾਊਂਟਿੰਗ ਨਹੀਂ ਹੋ ਰਹੀ, ਸ਼ਰੇਆਮ ਨੰਬਰ 2 'ਚ ਵੇਚਿਆ ਜਾ ਰਿਹਾ। ਔਰ ਇਹਦੇ 'ਚ ਕਈ ਡਿਸਟਿਲਰੀਆਂ ਔਰ ਕਈ ਵੱਡੇ ਕਾਂਗਰਸ ਦੇ ਲੀਡਰ ਰਲ ਮਿਲ ਕੇ, ਕਿਉਂਕਿ ਦੇਖੋ ਸਿੱਧੇ ਤੇ ਸਿੱਧੇ ਐਕਸਾਈਜ਼ ਦੀ ਚੋਰੀ ਹੈ। ਇੱਕ ਬੋਤਲ ਤੇ ਸਿੱਧਾ 90% ਦਾ ਟੈਕਸ ਲੱਗ ਜਾਂਦਾ ਜਿਹੜਾ ਐਕਸਾਈਜ਼ ਨੂੰ, ਸਰਕਾਰ ਨੂੰ ਜਾਣਾ ਸੀ। ਤੇ ਜੇ ਤੁਸੀਂ ਉਹਦੀ ਖੁਰਦ-ਪੁਰਦ ਕਰ ਦਿਓ, ਆਪ ਦਾ ਗੋਰਖ ਧੰਦਾ ਚਲਾ ਲਓ, ਤੇ ਤੁਹਾਨੂੰ ਉਹ 90% ਪੈਸੇ ਐਕਸਾਈਜ਼ ਨੂੰ ਨਹੀਂ ਦੇਣੇ ਪੈਂਦੇ, ਤੁਹਾਨੂੰ 100% ਪ੍ਰੋਫਿਟ ਮਿਲਦਾ। ਇਹ ਕੰਮ ਬੜੇ ਜ਼ੋਰਾਂ ਤੇ ਚੱਲ ਰਿਹਾ ਸੀ। ਔਰ ਇਸੇ ਲਈ ਪਿਛਲੇ ਸਮੇਂ 'ਚ ਤੁਸੀਂ ਵੇਖਿਆ ਵੀ ਸੀ, ਚਾਹੇ ਉਹ ਰੋਪੜ ਜ਼ਿਲ੍ਹੇ 'ਚ ਕਰਫਿਊ ਦੌਰਾਨ, ਨਾਟ ਈਵਨ ਲਾਕਡਾਊਨ, ਜਦੋਂ ਕਰਫਿਊ ਸੀ ਉਹਨਾਂ ਦਿਨਾਂ 'ਚ ਠੇਕੇ 'ਚੋਂ ਕਿਵੇਂ ਸ਼ਰਾਬ ਵਿਕ ਰਹੀ ਸੀ। ਜਿਹੜੀ SDM ਸਾਹਿਬਾਂ ਨੇ ਦਰਸ਼ਨ ਲਾਲ
ਮੰਗੂਪੁਰ ਦੇ ਭਤੀਜੇ ਤੇ ਰੇਡ ਕੀਤਾ। ਅੱਜ ਉਹ ਐਸਡੀਐਮ ਦੀ ਟ੍ਰਾਂਸਫਰ ਹੋ ਗਈ ਹੈ, ਉਹਨੂੰ ਖੁੱਡੇ ਲਾਈਨ ਲਾਤਾ, ਉਹ ਐਸਡੀਐਮ ਰੋਪੜ ਨਹੀਂ ਰਹੀ ਹੈ। ਇਸ ਤੋਂ ਸਪਸ਼ਟ ਹੋ ਗਿਆ ਕਿ ਸੀਐਮ ਹਾਊਸ ਆਪ ਨਹੀਂ ਚਾਹੁੰਦਾ ਕਿ ਅਸਲ ਦੋਸ਼ੀ ਫੜੇ ਜਾਣ, ਜਦਕਿ ਐਵਰੀਥਿੰਗ ਵਾਸ ਵੀਡੀਓ ਰਿਕਾਰਡਡ। ਫਿਰ ਖੰਨੇ ਦੀ ਗੱਲ ਸਾਹਮਣੇ ਆਈ, ਉਹਦੇ 'ਚ ਵੀ ਕੋਈ ਕਾਰਵਾਈ ਨਹੀਂ ਹੋਈ। ਫਿਰ ਰਾਜਪੁਰੇ ਦੀ ਗੱਲ ਸਾਹਮਣੇ ਆਈ, ਜਿੱਥੇ ਅਮਰੀਕ ਸਿੰਘ ਸਰਪੰਚ ਦੀ ਘਰ ਵਾਲੀ ਜ਼ਿਲ੍ਹਾ ਪਰਿਸ਼ਦ ਮੈਂਬਰ ਹੈ, ਜਿਹਦੀ 2 ਐਮਐਲਏ ਤੋਂ ਸਿੱਧੀ ਸਾਠਗਾਠ ਹੈ, ਨੇੜਤਾ ਹੈ। ਉਸ ਫੈਕਟਰੀ ਦਾ ਚਰਚਾ ਹੋਇਆ ਕਿ ਉਹ ਸ਼ਰਾਬ ਹਰਿਆਣੇ ਤੱਕ ਵਿਕੀ ਹੈ, ਹਰਿਆਣੇ ਤੱਕ ਉਹਦਾ ਰੌਲਾ ਪਿਆ। ਔਰ ਅਖੀਰ 'ਚ ਤੁਸੀਂ ਦੇਖਿਆ ਹੀ ਹੈ ਕਿ ਚਾਹੇ ਉਹ ਲੁਧਿਆਣੇ 'ਚ ਜੌਨੀ ਵਾਕਰ ਸ਼ਰਾਬ ਬਣਦੀ ਸੀ। ਮਤਲਬ ਮੇਰਾ ਕਹਿਣ ਦਾ ਭਾਵ ਕਿ ਲੋਕਡਾਊਨ 'ਚ ਇਸ ਮਹਾਮਾਰੀ ਦੇ ਸਮੇਂ 'ਚ ਪੰਜਾਬ ਦੇ ਲੋਕੀ, ਦੁਨੀਆ ਭਰ ਦੇ ਲੋਕੀ ਸਫਰ ਕੀਤਾ। ਦੇ ਹੈਵ ਸਫਰਡ, ਦੇ ਹੈਵ ਇਨਕਰਡ ਬਿਗ ਲੌਸਸ, loss of human life, loss of personal wealth, loss of ਕਾਰੋਬਾਰ, loss of jobs। ਕਈਆਂ ਨੂੰ ਸਕੂਲ ਫੀਸ ਨਹੀਂ ਦਿੱਤੀ ਜਾ ਰਹੀਆਂ। ਸਭ ਨੂੰ ਮਹਾਮਾਰੀ ਦਾ ਸਾਹਮਣਾ ਕਰਨਾ ਪਿਆ, ਸਿਵਾਏ ਕੈਪਟਨ ਅਮਰਿੰਦਰ ਸਿੰਘ ਤੇ ਉਹਨਾਂ ਦੀ ਕਾਂਗਰਸ ਪਾਰਟੀ ਤੋਂ। ਔਰ ਤੁਸੀਂ ਵੱਡੀ ਗੱਲ ਵੇਖੋ ਕਿ ਕੈਬਨਿਟ ਤੱਕ ਰੌਲਾ ਪੈ ਗਿਆ। ਔਰ ਜਿਹੜੀ ਗੱਲ ਮੈਂ ਕਰ ਰਿਹਾ ਕਿ 5600 ਕਰੋੜ ਦਾ ਪਹਿਲਾਂ ਤਾਂ ਆਪਾਂ ਲਾਸ ਦੀ ਗੱਲ ਕਰ ਰਹੇ ਸੀ, ਅੱਜ 100 ਤੋਂ ਵੱਧ ਪ੍ਰੈਸ਼ੀਅਸ ਹਿਊਮਨ ਲਾਈਫ, ਬੇਕਸੂਰ ਲੋਕ, ਮਿਹਨਤਕਸ਼ ਲੋਕ, ਜਿਹੜੀ ਕਰੋਨਾ ਤੋਂ ਲੜਦੇ ਲੜਾਉਂਦੇ ਦਿਹਾੜੀ ਕਰਕੇ ਆਪਦੀ ਪਰਿਵਾਰ ਦੀ ਪਾਲਣ ਪੋਸ਼ਣ ਕਰ ਰਹੇ ਸੀ, ਅੱਜ ਉਹ ਵੀ ਚਲੇ ਗਏ। ਔਰ ਤੁਸੀਂ ਹੈਰਾਨ ਹੋਗੇ ਜਿੱਦਣ ਪਹਿਲੇ ਦਿਨ ਇਹ ਸਾਰਾ ਇਨਸੀਡੈਂਟ ਸਾਹਮਣੇ ਆਇਆ ਹੈ, ਇਹ ਮੁੱਛਲ ਪਿੰਡ ਹੈ ਜਿਹੜਾ ਜੰਡਿਆਲਾ ਗੁਰੂ ਹਲਕਾ, ਉਹਦੇ ਚੋਂ ਸਾਹਮਣੇ ਆਇਆ। ਮੈਂ ਆਪ ਅਖੀਰ 'ਚ ਮੈਨੂੰ ਪਿੰਡ ਵਾਲਿਆਂ ਦਾ ਫੋਨ ਆਇਆ, ਮੈਨੂੰ ਕਹਿੰਦੇ ਜੀ ਇੱਥੇ ਸ਼ਰਾਬ ਵਿਕਦੀ ਸੀ, ਅਸੀਂ ਸ਼ਿਕਾਇਤ ਕੀਤੀ, ਕੋਈ ਕਾਰਵਾਈ ਨਹੀਂ। ਔਰ ਅੱਜ ਉੱਥੇ ਕੀ ਹੋ ਰਿਹਾ ਹੈ ਕਿ ਇਹ ਸ਼ਰਾਬ ਵਿਕਾਉਣ 'ਚ ਆਬਵੀਅਸਲੀ ਪੁਲਿਸ ਦੀ ਇਨਵੋਲਵਮੈਂਟ ਤੋਂ ਬਗੈਰ ਤਾਂ ਸ਼ਰਾਬ ਵਿਕ ਹੀ ਨਹੀਂ ਸਕਦੀ। ਔਰ ਉਹ ਐਸਐਚਓ ਡੀਐਸਪੀ ਉੱਥੇ ਲਾਏ ਕੀ ਨੇ? ਐਮਐਲਏ ਸਾਹਿਬ ਲਾ ਰਹੇ। ਆਪਾਂ ਵੇਖਿਆ ਯਾਰ ਰਮਿੰਦਰ ਗਿੱਲ ਦੀ ਵੀਡੀਓ 'ਚ ਕਿ ਜਿਹੜਾ ਐਸਐਚਓ ਨਹੀਂ ਆਖੇ ਲੱਗਦਾ ਉਹਨੂੰ ਕਿਵੇਂ ਬਦਲ ਦਿੰਦੇ। ਮਗਰ ਮੇਰਾ ਕਹਿਣ ਦਾ ਭਾਵ, ਜਿਹੜੀ 4 ਉਹਦੇ 'ਚ ਡੈਥਾਂ ਹੋਈਆਂ, ਸਭ ਤੋਂ ਪਹਿਲੀ ਜਿਹੜੀ ਡੈਥਸ ਹੋਈਆਂ, ਜਿਹੜਾ ਸੰਸਕਾਰ ਵੀ ਕਰਤਾ ਗਿਆ, ਪੁਲਿਸ ਨੂੰ ਵੀ ਇਹ ਗੱਲ ਦਾ ਪਤਾ ਹੈ ਕਿ ਉਹਨਾਂ ਦਾ ਪੋਸਟਮਾਰਟਮ ਰਿਪੋਰਟ, ਪੋਸਟਮਾਰਟਮ ਕਰਾਉਣਾ ਜ਼ਰੂਰੀ ਹੈ। ਮਗਰ ਉਹ 4 ਕੇਸਾਂ 'ਚ ਪੋਸਟਮਾਰਟਮ ਨਹੀਂ ਹੋਇਆ। ਔਰ ਡੀਐਸਪੀ ਜੰਡਿਆਲਾ ਗੁਰੂ ਦਾ ਨਾਮ ਹੈ ਮਨਜੀਤ ਰਾਏ, ਤੇ ਇੱਕ ਚੌਕੀ ਇੰਚਾਰਜ ਹੈ ਸੁਖਦੇਵ। ਇਹਨਾਂ ਨੇ ਸੱਦ ਕੇ ਪਿੰਡ ਵਾਲਿਆਂ ਨੂੰ ਇਹ ਕਿਹਾ ਕਿ ਤੁਸੀਂ ਇਹ ਕਹਿਣਾ, ਮੀਡੀਆ ਜੇ ਪੁੱਛਣ ਆਇਆ, ਤੁਸੀਂ ਇਹ ਗੱਲ ਕਹਿਣੀ ਹੈ ਕਿ ਇਹ ਡੈਥ ਡਿਊ ਟੂ ਹਾਰਟ ਅਟੈਕ ਹੋਈਆਂ ਨੇ। ਮੈਂ ਉਦੋਂ ਫੋਨ ਕੀਤਾ ਐਸਐਸਪੀ ਸਾਹਿਬ ਨੂੰ, ਜਿਨ੍ਹਾਂ ਦੀ ਹੁਣ ਬਦਲੀ ਹੋ ਗਈ ਹੈ, ਇਹ ਦੁੱਗਲ ਸਾਹਿਬ। ਉਹਨਾਂ ਨੂੰ ਮੈਂ ਕਿਹਾ ਤੁਹਾਡੇ ਥੱਲੇ ਸਾਰੀ ਪੁਲਿਸ ਪਿੰਡ ਵਾਲਿਆਂ ਦੇ ਨਾਲ ਹਮਦਰਦੀ ਕਰਨ ਦੀ ਜਗ੍ਹਾ ਕਿ ਸ਼ਰਾਬ ਦੀ ਸੇਲ ਹੋਈ ਕਿਵੇਂ, ਸੇਲ ਗਈ ਕਿੱਥੇ ਕਿੱਥੇ, ਇਹਦੀ ਇਨਕੁਆਇਰੀ ਕਰਨ ਦੀ ਜਗ੍ਹਾ ਐਮਐਲਏ ਦੇ ਆਖੇ ਤਾਂ ਸੱਦ ਕੇ ਲੋਕਾਂ ਨੂੰ ਦਬਕੇ ਮਾਰ ਰਹੀ ਹੈ ਕਿ ਤੁਸੀਂ ਇਹ ਕਹਿਣਾ ਕਿ ਡੈਥ ਡਿਊ ਟੂ ਹਾਰਟ ਅਟੈਕ ਹੈ, ਡਿਊ ਟੂ ਸ਼ਰਾਬ ਨਹੀਂ ਹੈ। ਚਲੋ ਉਹਨਾਂ ਨੇ ਸਾਡੀ ਗੱਲ ਦਾ ਮਾੜਾ ਮੋਟਾ ਅਸਰ ਕੀਤਾ, ਐਸਐਚਓ ਜ਼ਰੂਰ ਸਸਪੈਂਡ ਹੋ ਗਿਆ, ਬਾਕੀ ਕਾਰਵਾਈ ਕੋਈ ਨਹੀਂ। ਮੇਰਾ ਕਹਿਣ ਦਾ ਭਾਵ ਕਿ ਇਹ ਜਦ ਟ੍ਰੈਜੇਡੀ ਹੋਈ ਹੈ, ਇਹ ਟ੍ਰੈਜੇਡੀ ਕਾਂਗਰਸ ਮੇਡ ਹੈ, ਮੈਨ ਮੇਡ ਹੈ, ਇਹ ਰੁਕ ਸਕਦੀ ਸੀ, ਇਹ ਕੋਈ ਨੈਚੁਰਲ ਕਲੈਮਿਟੀ ਨਹੀਂ ਹੈ ਜੇ ਪੁਲਿਸ ਆਪਣਾ ਕੰਮ ਬਗੈਰ ਕਿਸੇ ਦਬਾਅ ਹੇਠ ਕਰਦੀ ਰਹਿੰਦੀ। ਔਰ ਅੱਜ ਵੀ ਡੈਥਸ ਨੂੰ ਵੀ ਲੁਕੋਇਆ ਜਾ ਰਿਹਾ ਹੈ, ਡੈਥਸ ਨੂੰ ਦਬਾਇਆ ਵੀ ਜਾ ਰਿਹਾ ਹੈ, ਔਰ ਹਰ ਤਰੀਕੇ ਦੇ ਹੱਥਕੰਡੇ ਅਪਣਾਏ ਜਾ ਰਹੇ ਆ ਕਿ ਸੱਚ ਸਾਹਮਣੇ ਨਾ ਆਵੇ। ਹੁਣ ਤੁਸੀਂ ਵੱਡੀ ਗੱਲ ਸੁਣੋ, ਅੱਜ ਮੈਂ ਜਿਹੜੇ ਤੱਥ ਤੁਹਾਡੇ ਕੋਲ ਰੱਖਣ ਲੱਗਿਆ, ਮੈਂ ਬਾਰ-ਬਾਰ ਗੱਲ ਕਰ ਰਿਹਾ ਕਿ ਕਾਂਗਰਸ ਦੇ ਲੀਡਰਸ, ਪੁਲਿਸ ਔਰ ਕੈਪਟਨ ਅਮਰਿੰਦਰ ਸਿੰਘ ਦੀ, ਜਿੱਥੇ ਅਸੀਂ ਮੈਜਿਸਟਰਲ ਇਨਕੁਆਇਰੀ ਟੋਟਲੀ ਰਿਜੈਕਟ ਕਰਦੇ ਹਾਂ, ਹਾਈ ਕੋਰਟ ਦੇ ਸਿਟਿੰਗ ਜੱਜ ਦੀ ਇਨਕੁਆਇਰੀ ਹੋਵੇ ਜਾਂ ਸੀਬੀਆਈ ਇਨਕੁਆਇਰੀ ਹੋਵੇ, ਇੰਡੀਪੈਂਡੈਂਟ ਆਫ ਦਾ ਸੀਐਮ, ਨਹੀਂ ਤਾਂ ਮੈਜਿਸਟਰਲ ਇਨਕੁਆਇਰੀ ਤਾਂ ਉੱਥੋਂ ਦੀ ਵੀ ਹੋਈ ਸੀ ਦੁਸ਼ਹਿਰੇ ਵਾਲੇ ਪ੍ਰੋਗਰਾਮ ਦੀ, ਕੀ ਹੋਇਆ ਅੱਜ ਤੱਕ? 60-70 ਕੀਮਤੀ ਜਾਨਾਂ ਉੱਥੇ ਵੀ ਗਈਆਂ, ਗਰੀਬ ਲੋਕ ਸਨ, ਅੱਜ ਤੱਕ ਰੌਲਾ ਪਾ ਰਿਹਾ, ਕਾਰਵਾਈ ਕੋਈ ਨਹੀਂ ਹੋਈ। ਔਰ ਦੁਸ਼ਹਿਰੇ ਦਾ ਪ੍ਰੋਗਰਾਮ ਜਿਨ੍ਹਾਂ ਤੇ ਕਾਰਵਾਈ ਹੋਈ ਕਿਸੇ ਸੁਪਰੀਟੈਂਡੈਂਟ ਤੇ ਜਾਂ ਕਿਸੇ ਤੇ, ਉਹਦਾ ਕੀ ਲੈਣਾ ਦੇਣਾ ਸੀਗਾ? ਜਿਨ੍ਹਾਂ ਨੇ ਪ੍ਰੋਗਰਾਮ ਕਰਾਇਆ, ਜਿਨ੍ਹਾਂ ਦੇ ਕਹੇ ਤੇ ਸਾਰਾ ਪ੍ਰੋਗਰਾਮ ਹੋਇਆ, ਉਹਨਾਂ ਤੇ ਕੁਝ ਨਹੀਂ। ਅੱਜ ਸੇਮ ਇੱਕ ਡਿਵੀਜ਼ਨਲ ਕਮਿਸ਼ਨਰ ਨੇ ਸੀਐਮ ਨੂੰ ਜਾਂ ਐਕਸਾਈਜ਼ ਮਹਿਕਮੇ ਨੂੰ ਜਾਂ ਪੁਲਿਸ ਮਹਿਕਮੇ ਨੂੰ, ਜਿਹਨੂੰ ਸਾਰਾ ਕੁਝ ਪਤਾ ਸੀ, ਉਹਨਾਂ ਦੇ ਖਿਲਾਫ ਕੀ ਐਕਸ਼ਨ ਲੈ ਲੈਣਾ। ਔਰ ਵੱਡੀ ਗੱਲ ਵੇਖੋ
ਕਿ ਜਿਹੜਾ ਸਭ ਤੋਂ ਵੱਧ ਡੈਥਸ ਹੋਈਆਂ ਨੇ ਤਰਨਤਾਰਨ 'ਚ, ਔਰ ਤਰਨਤਾਰਨ ਦੇ ਐਸਐਸਪੀ ਧਰੁਵ ਧਈਆ, ਉਹਨੂੰ ਇੱਕ ਵਾਰੀ ਨਹੀਂ ਅਨੇਕਾਂ ਹੀ ਵਾਰੀ ਲੋਕ ਵੀ ਮਿਲ ਪਾਏ ਆ, ਸਿਵਲ ਸੁਸਾਇਟੀ ਦੇ ਲੋਕ, ਸਧਾਰਨ ਲੋਕ ਵੀ ਮਿਲ ਕੇ ਆਏ, ਔਰ ਸਾਡੇ ਐਮਐਲਏ ਨੇ ਵੀ ਕਈ ਵਾਰੀ ਉਹਨਾਂ ਨਾਲ ਸੰਪਰਕ ਕੀਤਾ ਕਿ ਆਹ ਗਲਤ ਕੰਮ ਹੋ ਰਿਹਾ। ਇੱਕ ਕੰਨ ਤੋਂ ਸੁਣਦੇ ਸੀ, ਦੂਜੇ ਤੋਂ ਕੱਢ ਦਿੰਦੇ ਸੀ। ਜਿਸ ਦੇ ਇਲਾਕੇ 'ਚ 60 ਮੌਤਾਂ ਹੋ ਗਈਆਂ, ਉਹਦੀ ਪ੍ਰਮੋਸ਼ਨ ਕਰਕੇ ਇੱਕ ਤਰੀਕੇ ਦੀ ਉਹਨੂੰ ਅੰਮ੍ਰਿਤਸਰ ਰੂਰਲ 'ਚ ਤਰਨਤਾਰਨ ਤੋਂ ਕੱਢ ਕੇ ਅੰਮ੍ਰਿਤਸਰ ਰੂਰਲ ਦਾ ਐਸਐਸਪੀ ਲਾਤਾ ਹੈ ਕਿ ਉਹਨੂੰ ਰਿਵਾਰਡ ਦਿੱਤਾ ਹੈ ਕੈਪਟਨ ਅਮਰਿੰਦਰ ਸਿੰਘ ਨੇ। ਆਲ ਦੀ ਐਸਐਸਪੀਜ਼ ਐਂਡ ਡੀਸੀਜ਼ ਸਪੈਸ਼ਲੀ ਤਰਨਤਾਰਨ, ਦੇ ਸ਼ੁਡ ਹੈਵ ਬੀਨ ਡਿਸਮਿਸਡ, ਕਿਉਂਕਿ ਉਹਨਾਂ ਨੂੰ ਤਾਂ ਸਾਰੀ ਗੱਲ ਦਾ ਪਤਾ, ਮਗਰ ਉਹਨਾਂ ਨੂੰ ਇੱਕ ਤਰੀਕੇ ਦਾ ਰਿਵਾਰਡ ਦੇਤਾ ਕਿ ਤੁਹਾਨੂੰ ਮਜੀਠੇ ਪੋਸਟ ਕਰ ਦਿੰਦੇ ਆ, ਚਲੋ ਇੱਥੋਂ ਰੌਲਾ ਵੀ ਨਿਕਲ ਜੂ ਕਿ ਅਸੀਂ ਤਰਨਤਾਰਨ ਤੋਂ ਹਟਾਤਾ। ਮੇਰਾ ਕਹਿਣ ਦਾ ਭਾਵ ਕਿ ਧਰੁਵ ਧਈਏ ਦੀ ਇਨਵੋਲਵਮੈਂਟ ਵੀ ਇਸ ਕੰਮ 'ਚ, ਹੀ ਸ਼ੁਡ ਬੀ ਬੁੱਕ ਫॉर ਮਰਡਰ। ਇਹ ਸਾਡੀ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਡਿਮਾਂਡ ਹੈ, ਕਿਉਂਕਿ ਇਹਨੂੰ ਸਭ ਪਤਾ ਸੀ ਤੇ ਪਤਾ ਹੁੰਦੇ ਹੋਏ ਵੀ ਇਹ ਪੁਲਿਸ ਸੌਰੀ ਸੀ। ਇਹੀ ਹਾਲ ਜੰਡਿਆਲਾ ਗੁਰੂ ਦੇ ਡੀਐਸਪੀ ਦਾ, ਇਹੀ ਹਾਲ ਐਸਐਚਓ ਦਾ ਜਿਹੜਾ ਉੱਥੇ ਸੀਗਾ ਆਪਣਾ ਤਰਸਿੱਕੇ, ਇਹੀ ਹਾਲ ਚੌਕੀ ਇੰਚਾਰਜ ਉੱਥੇ ਦਾ, ਜਿਨ੍ਹਾਂ ਨੂੰ ਸਭ ਨੂੰ ਮਿਲੀ ਭੁਗਤਣਾ, ਜਿਨ੍ਹਾਂ ਨੂੰ ਹਫ਼ਤੇ ਜਾਂਦੇ ਸੀ, ਜਿਹੜੇ ਗਾਂ ਐਮਐਲਏ ਨੂੰ ਦਿੰਦੇ ਸੀ। ਇਹ ਸਾਰਾ ਇੱਕ ਨੈਕਸਸ ਸੀ ਤੇ ਨੈਕਸਸ ਦੇ ਉੱਤੇ ਐਮਐਲਏ ਜਿਹੜਾ ਜੰਡਿਆਲਾ ਗੁਰੂ ਹੈ ਕਾਂਗਰਸ ਦਾ ਡੈਨੀ, ਐਮਐਲਏ ਸਿੱਕੀ, ਐਮਐਲਏ ਅਗਨੀਹੋਤਰੀ, ਐਮਐਲਏ ਸੁਖਪਾਲ ਭੁੱਲਰ, ਔਰ ਇਹ ਐਮਐਲਏ ਆਪਣਾ ਜਿਹੜਾ ਤੀਜਾ ਪੱਟੀ ਵਾਲਾ, ਇਹ ਸਾਰਿਆਂ ਦੀ ਸਰਪ੍ਰਸਤੀ ਹੇਠ ਇਹ ਕੰਮ ਚੱਲ ਰਿਹਾ ਸੀ। ਵੀ ਡਿਮਾਂਡ ਐਕਸ਼ਨ ਐਂਡ ਇੰਡੀਪੈਂਡੈਂਟ ਇਨਕੁਆਇਰੀ, ਨਹੀਂ ਤਾਂ ਸੱਚ ਕਦੇ ਸਾਹਮਣੇ ਨਹੀਂ ਆਊਗਾ। ਤੁਸੀਂ ਮੈਂ ਅਖੀਰਲੀ ਗੱਲ ਕਰਕੇ ਫਿਰ ਤੁਹਾਨੂੰ ਗੱਲ, ਆਪਣੇ ਮੇਰੇ 2 ਐਮਐਲਏ ਸਾਹਿਬ ਜੁਆਇਨ ਕੀਤੇ ਆ, ਕਿਉਂਕਿ ਹਰਮੀਤ ਜੀ ਦਾ ਇਹ 3 ਵਾਰੀ ਉੱਥੋਂ ਵਿਧਾਇਕ ਰਹਿ ਚੁੱਕੇ ਆ, ਲੰਮਾ ਸਮਾਂ ਇਹਨਾਂ ਨੂੰ ਲੋਕਾਂ ਨੇ ਉੱਥੇ ਨੁਮਾਇੰਦਗੀ ਕਰਨ ਦਾ ਮੌਕਾ ਦਿੱਤਾ। ਇਹਨਾਂ ਦੀ ਡੈਥਸ ਕਿੰਨੀਆਂ ਹੋਈਆਂ ਨੇ ਇਹ ਵੀ ਦੱਸਣਗੇ, ਤੇ ਕਿਉਂਕਿ ਦੋਵੇਂ ਹਲਕੇ ਕੁਝ ਪਿੰਡ ਤਰਨਤਾਰਨ ਦੇ ਖਡੂਰ ਸਾਹਿਬ 'ਚ ਗਏ ਆ, ਜਿਨ੍ਹਾਂ ਦੇ ਬਾਰੇ ਅੱਜ ਤੁਸੀਂ ਵੀਡੀਓਜ਼ ਵੀ ਦੇਖੀ ਆ। ਮਗਰ ਮੈਂ ਉਹ ਗੱਲ ਕਰਨ ਤੋਂ ਪਹਿਲਾਂ ਅੱਜ ਮੈਂ ਜ਼ਰੂਰ ਪੁੱਛੂੰਗਾ ਉਹਨਾਂ ਸਾਰੇ ਐਮਐਲਏਆਂ ਨੂੰ ਜਿਨ੍ਹਾਂ ਨੇ ਕੈਬਨਿਟ ਦੀ ਮੀਟਿੰਗ ਉੱਤੇ ਬੜੀ ਟਵੀਟਸ ਕੀਤੀਆਂ ਸੀ, ਅੱਜ ਉਹ ਕਿਉਂ ਖਾਮੋਸ਼ ਨੇ, ਅੱਜ ਉਹ ਕਿਉਂ ਨਹੀਂ ਬੋਲੇ ਉਹ ਸਾਰੇ। ਔਰ ਮੈਂ ਉਹਨਾਂ ਨੂੰ ਇਹ ਵੀ ਪੁੱਛਦਾ ਕਿ ਤੁਹਾਡੇ ਢਿੱਡ ਭਰੇ ਗਏ, ਤੁਹਾਨੂੰ ਪੈਸੇ ਮਿਲ ਗਏ, ਤੁਸੀਂ ਚੁੱਪ ਕਰਕੇ ਬਹਿ ਗਏ। ਔਰ ਚੀਫ ਸੈਕਟਰੀ ਸਾਹਿਬ ਤੁਹਾਨੂੰ ਵੀ ਵਧਾਈ ਦਿੰਦਾ ਕਿ ਤੁਸੀਂ ਕਾਂਗਰਸ ਦੇ ਮਿਨਿਸਟਰਸ ਦਾ ਪਰਦਾਫਾਸ਼ ਨਹੀਂ ਕੀਤਾ। ਠੀਕ ਹੈ, ਪਬਲਿਕਲੀ ਗੱਲ ਬੜੀ ਕੀਤੀ ਕਿ ਚੀਫ ਸੈਕਟਰੀ ਸਾਹਿਬ ਨੇ ਖਜ਼ਾਨਾ ਮੰਤਰੀ ਤੋਂ ਮਾਫੀ ਮੰਗ ਲਈ, ਮਗਰ ਅਸਲ 'ਚ ਤਾਂ ਤੁਹਾਡਾ ਅੰਦਰਲਾ ਸਮਝੌਤਾ ਹੋ ਗਿਆ। ਤੁਹਾਨੂੰ ਵਾਟਰ ਰੈਗੂਲੇਟਰੀ ਬੋਰਡ ਦਾ ਚੇਅਰਮੈਨ ਬਣਾਤਾ, ਪੋਸਟ ਰਿਟਾਇਰਮੈਂਟ 5 ਸਾਲ ਲਈ ਤੁਹਾਨੂੰ ਸੁਵਿਧਾ ਦੇਤੀ। ਤੁਸੀਂ ਚਾਹ ਚੁੱਪ ਕਰਕੇ, ਮੰਤਰੀਆਂ ਦਾ ਘਰ ਉਹ ਪੂਰਾ ਹੋ ਗਿਆ, ਉਹ ਤਾਂ ਚੁੱਪ ਕਰਕੇ, ਮਗਰ ਨੁਕਸਾਨ ਕਿਹਦਾ ਹੋਇਆ? 5600 ਕਰੋੜ ਪੰਜਾਬ ਦੇ ਖਜ਼ਾਨੇ ਦਾ, ਜਿਹੜਾ ਗਰੀਬਾਂ ਦੇ ਭਲੇ ਲਈ ਖਰਚ ਹੋਣਾ ਸੀ, ਤੇ 100 ਕੀਮਤੀ ਜਾਨਾਂ ਨਾ ਜਾਂਦੀਆਂ ਜੇ ਉਸ ਦਿਨ ਸਹੀ ਐਕਸ਼ਨ ਲੈ ਲੈਂਦੇ। ਔਰ ਤੁਹਾਡੇ ਸਾਹਮਣੇ ਹੀ ਆ ਕਿ ਕਿਵੇਂ ਰੋਜ਼ ਅਖਬਾਰ ਦੀ ਖਬਰ ਲੱਗ ਰਹੀ ਕਿ ਈਡੀ ਨੂੰ ਰਿਕਾਰਡ ਨਹੀਂ ਦੇਣਾ। ਉਹਦਾ ਮਕਸਦ ਕੀ ਹੈ ਕਿ ਕੋਈ ਇੰਡੀਪੈਂਡੈਂਟ ਏਜੰਸੀ ਆਫ ਪੰਜਾਬ ਤੋਂ ਬਾਹਰ ਜਾਂ ਕੋਈ ਇਹ ਜਿਹੀ ਇੰਡੀਪੈਂਡੈਂਟ ਅਦਾਰਾ ਜਿਹਨੂੰ ਕਿਸੇ ਮੁੱਖ ਮੰਤਰੀ ਦਾ ਜਾਂ ਹੁਕਮਰਾਨ ਕਾਂਗਰਸ ਦਾ ਦਬਾਅ ਨਹੀਂ ਹੋਊਗਾ, ਉਹ ਇਹ ਜਿਹੀ ਕੋਈ ਏਜੰਸੀ ਇਨਕੁਆਇਰੀ ਨਾ ਕਰੇ, ਸੱਚ ਸਾਹਮਣੇ ਨਾ ਆਵੇ। ਇਸ ਗੱਲ ਨੂੰ ਲੈ ਕੇ ਅੱਜ ਅਸੀਂ ਤੁਹਾਡੇ ਕੋਲ ਆਏ ਆ ਕਿ ਮੈਜਿਸਟਰੀਅਲ ਇਨਕੁਆਇਰੀ ਅਸੀਂ ਰਿਜੈਕਟ ਕਰਦੇ ਆ। ਡੀਸੀ ਐਸਐਸਪੀ ਤਰਨਤਾਰਨ ਦੇ ਖਿਲਾਫ ਹੀ ਸ਼ੁੱਡ ਬੀ ਬੁੱਕ ਫॉर ਥੀਸ ਮਰਡਰ, ਕਿਉਂਕਿ ਉਹਦੀ ਮਿਲੀ ਭੁਗਤ ਨਾਲ ਇਹ ਕੰਮ ਚੱਲਿਆ। ਥਾਣੇਦਾਰ ਐਮਐਲਏ ਦੇ ਇਸ਼ਾਰੇ ਲੱਗਦੇ ਸੀ, ਇਸ ਲਈ ਐਮਐਲਏ ਦੇ ਚਹੇਤੇ ਇਸ ਕੰਮ 'ਚ ਬੜੇ ਵੱਡੇ ਪੱਧਰ ਤੇ ਇਨਵੋਲਵ ਹੈ, ਜਿਨ੍ਹਾਂ ਨੂੰ ਬਚਾਇਆ ਜਾ ਰਿਹਾ। ਕੁਝ ਫੋਟੋਆਂ ਅਸੀਂ ਅੱਜ ਲੈ ਕੇ ਵੀ ਆਏ ਆ। ਚਲੋ ਮੈਂ ਇਹ ਸੈਕਟਰੀ ਸਾਹਿਬ ਦਾ ਵੀ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਇੱਕ ਟੀਵੀ ਚੈਨਲ 'ਚ ਲੱਖੀ ਜੀ ਨਾਲ ਗੱਲ ਕਰ ਰਹੇ ਸੀ, ਕੁਝ ਸੱਚ ਕਬੂਲਿਆ ਕਿ ਇਹ ਐਸਐਚਓ ਅਸੀਂ ਲਵਾਉਨੇ ਆ, ਤੇ ਉਹਨਾਂ ਨੇ ਦੱਸਿਆ ਵੀ ਕਿਹੜੇ ਮੰਤਰੀ ਨੇ ਐਸਐਚਓ ਲਵਾਇਆ, ਔਰ ਉਹ ਬਾਰ-ਬਾਰ ਟੀਵੀ ਚੈਨਲ ਦੇ ਉਸ ਐਡੀਟਰ ਸਾਹਿਬ ਨੂੰ ਕਹਿ ਰਹੇ ਸੀ ਕਿ ਉਹਦੇ ਖਿਲਾਫ ਐਕਸ਼ਨ ਬਣਦਾ, ਮੇਰੇ ਖਿਲਾਫ ਨਹੀਂ। ਸੱਚ ਕੁਝ ਸਾਹਮਣੇ ਆਇਆ, ਮਗਰ ਹਾਲੇ ਬੜਾ ਕੁਝ ਕਰਨ ਦੀ ਲੋੜ ਹੈ, ਨਹੀਂ ਤਾਂ ਇਸੇ ਤਰ੍ਹਾਂ ਹੀ ਲਾਈਫਸ ਵਿਲ ਬੀ ਲੌਸਟ ਐਂਡ ਨਥਿੰਗ ਵਿਲ ਬੀ ਅਚੀਵਡ। ਮੈਂ ਚਾਹੂੰਗਾ ਕਿ ਸਾਡੇ ਉਹ ਜਿਹੜੀਆਂ ਐਮਐਲਏ ਸਾਹਿਬ ਬਲਟੋਆ ਸਾਹਿਬ 2 ਮਿੰਟ ਗੱਲ ਕਰ ਲੈਣ, ਫਿਰ ਹਰਮੀਤ ਜੀ ਆਪਦੀ ਗੱਲ ਦੱਸਣ।
ਸ਼ਾਮਲ ਨੇ। ਹੁਣ ਜਿਹੜੀ ਗੱਲ ਹੈ ਇਹ ਮੇਰੇ ਖਿਆਲ ਸਮੁੱਚੇ ਪੰਜਾਬ ਦੀ ਕਹਾਣੀ ਹੈ ਕਿ ਪੰਜਾਬ ਦੇ ਅੰਦਰ ਹਰੇਕ ਹਲਕੇ 'ਚ ਹਰੇਕ ਜਿਹੜਾ ਬੈਠਾ ਹੋਇਆ ਕਾਂਗਰਸੀ ਹੈ ਉਹ ਸ਼ਰਾਬ ਦਾ ਨਜਾਇਜ਼ ਧੰਦਾ ਕਰ ਰਿਹਾ। ਹੁਣ ਕਿਉਂਕਿ ਜਿਹੜੇ ਇਲਾਕੇ 'ਚ ਦਿਖਾਦ ਵਾਪਰ ਗਿਆ ਹੈ ਉੱਥੇ ਥੋੜਾ ਜਿਹੀ ਗੱਲ ਜਿਹੜੀ ਹੈ ਸਾਹਮਣੇ ਆ ਰਹੀ ਹੈ, ਔਰ ਲੋਕ ਜਿਵੇਂ ਦੱਸ ਰਹੇ ਨੇ ਇਹ ਸੱਚਾਈ ਵੀ ਹੈ ਕਿ ਲੋਕ ਥਾਣਿਆਂ 'ਚ ਜਾਂਦੇ ਰਹੇ। ਐਸਐਚਓ ਸਾਹਿਬਾਨ ਨੂੰ ਬੇਨਤੀ ਕਰਦੇ
ਮੈਂ ਗੈਂਗਸਟਰ ਦਾ ਧੰਦਾ ਕਰਦੇ ਸੀ, ਉਹਨਾਂ ਨੂੰ ਕਾਨੂੰਨੀ ਕਾਰਵਾਈ ਕਰਨ ਵਾਸਤੇ ਗਏ ਸੀ। ਉਹ ਉਹਨਾਂ ਨੂੰ ਦਾਇਰ ਦੂਸਰੇ ਦੇ ਸੈਕਟਰੀ ਪਾਰਟੀ ਸੀ, ਉਹਦੇ 450 ਹੋਰ ਧਾਰਾਵਾਂ ਲਾ ਕੇ ਮੁਕੱਦਮਾ ਦਰਜ ਕਰ ਦਿੱਤਾ। ਇਹਦਾ ਮਤਲਬ ਇਹ ਹੈ ਕਿ ਜੇ ਕੋਈ ਪਹਿਲੀ ਗੱਲ ਕਿਸੇ ਦੀ ਜ਼ਰੂਰਤ ਪੈਂਦੀ ਨਹੀਂ ਐਕਸਾਈਜ਼ ਵਾਲੇ ਦੀ, ਪੁਲਿਸ ਵਾਲੇ ਦੀ, ਜੇ ਕਿਸੇ ਨੇ ਜ਼ਰੂਰਤ ਕੀਤੀ ਵੀ ਉਹਨੂੰ ਅਜਿਹਾ ਸਖਤ ਸੁਣਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਅੱਗੇ ਤੋਂ ਉਹਨਾਂ ਦੀ ਦਹਿਸ਼ਤ ਪੈ ਜਾਵੇ ਕਿ ਕੋਈ ਵੀ ਜਾ ਕੇ ਜਿਹੜਾ ਕਾਂਗਰਸੀ ਨਜਾਇਜ਼ ਧੰਦਾ ਕਰਦੇ ਨੇ, ਜਿਹੜੇ ਸ਼ਰਾਬ ਨਾਲ ਲਾ ਕੇ ਵੇਚਦੇ ਨੇ ਜਾਂ ਵੱਡੀਆਂ ਡਿਸਟਰੀਆਂ ਜਿਹੜੀਆਂ ਕਾਂਗਰਸੀ ਨੇ ਪੰਜਾਬ ਦੇ ਚੱਲਦੀਆਂ ਨੇ, ਚਾਹੇ ਉਹ ਨਜਾਇਜ਼ ਸ਼ਰਾਬ ਦੀਆਂ ਨੇ ਜਾਂ ਜ਼ਹਿਰੀਲੀ ਸ਼ਰਾਬ ਦੀਆਂ ਨੇ, ਉਹਨਾਂ ਦੇ ਜਿਹੜੇ ਸਪਲਾਇਰ ਨੇ ਥੱਲੇ ਜਿਹੜੇ ਥੱਲੇ ਲੈਵਲ ਤੇ ਭੇਜੇ ਨੇ, ਉਹਨਾਂ ਤੇ ਕਿਸੇ ਤਰ੍ਹਾਂ ਦੀ ਕਾਰਵਾਈ ਹੋ ਸਕੇ। ਇਹ ਬੜੇ ਦੁੱਖ ਦੀ ਗੱਲ ਹੈ ਕਿ ਅੱਜ ਤਰਨਤਾਰਨ ਦੇ ਵਿੱਚ ਇਕੱਲੇ 67 ਤੋਂ ਵੱਧ ਮੁੱਕਾਂ ਜਿਹੜੀਆਂ ਨੇ ਉਹ ਜਿਹੜੀ ਹੈ ਜ਼ਹਿਰੀਲੀ ਸ਼ਰਾਬ ਨਾਲ ਹੋ ਚੁੱਕੀਆਂ ਨੇ, ਔਰ ਸਭ ਤੋਂ ਵੱਧ ਮੁੱਕਾਂ ਲਗਭਗ 50 ਦੇ ਲਗਭਗ ਮੁੱਕਾਂ ਜਿਹੜੀਆਂ ਨੇ ਉਹ ਰਮਨਜੀਤ ਸਿੰਘ ਸਿੱਕੀ ਦੇ ਹਲਕੇ ਚ ਹੋਈਆਂ। ਔਰ ਜਿੰਨੇ ਵੀ ਮੇਰਾ ਖਿਆਲ ਹੈ ਕਿ 2 ਦਰਜਨ ਦੇ ਲਾਗੇ ਪਿੰਡ ਨੇ ਜਿਨ੍ਹਾਂ ਦੇ ਵਿੱਚ ਕਹਿਣ ਬੱਚਿਆ ਕਰਿਆ। ਇਸ ਕਰਕੇ ਜਿਹੜਾ ਜਿਸ ਤਰ੍ਹਾਂ ਮਜੀਠੀਆ ਸਾਹਿਬ ਨੇ ਜ਼ਿਕਰ ਕੀਤਾ ਹੈ ਕਿ ਜਿਹੜੀਆਂ ਮਜੀਠੀ ਦੀ ਜਾਂਚਾਂ ਬਿਠਾਈ ਦਿੰਦੇ ਹੈ ਕਿ ਹਰੇਕ ਵਾਰੀ ਲਿਪਾਪੋਤੀ ਕੀਤੀ ਜਾਂਦੀ ਹੈ। ਮੈਂ ਚਾਹੂੰਗਾ ਹੋਇਆ ਸੀਗਾ 30 ਲੋਕ ਮਾਰੇ ਗਏ। ਮੈਂ ਚਾਹੂੰਗਾ ਜੀ ਕਿ ਇਹ ਜਿਹੜਾ ਬੇਟਾ ਕੁਲਟੋ ਸਾਹਿਬ ਇਹ ਖਬਰ ਵਿਖਾ ਵੀ ਦਈਏ। ਆ ਜਿਹੜਾ ਸਕਰੀਨ ਤੇ ਸਾਡੇ ਪੱਤਰਕਾਰਾਂ ਨੂੰ ਵਿਖਾ ਦਿਓ ਜੀ, ਆ ਜਿਹੜੀ ਜਗਬਾਣੀ ਦੀ ਖਬਰ ਹੈ ਇਹ ਐਕਸਾਈਜ਼ ਵਾਲਿਆਂ ਨੇ, ਦੇਖੋ ਐਕਸਾਈਜ਼ ਵਾਲੇ ਕੋਲ ਜਾਂਦੀ ਹੁੰਦੀ ਹੈ ਖਬਰ ਕਿ ਕੌਣ ਸ਼ਰਾਬ ਕੱਢ ਰਿਹਾ ਹੈ ਤੇ ਕੌਣ ਨਹੀਂ ਕੱਢ ਰਿਹਾ। ਚਲੋ ਉਹਨਾਂ ਨੇ ਰੇਡ ਕੀਤਾ, ਮਗਰ ਜਿਹੜੀ ਆਹ ਖਬਰ ਮੈਂ ਤੁਹਾਨੂੰ ਵਿਖਾ ਰਿਹਾ ਹੈ ਇਹ ਬੜੇ ਧਿਆਨ ਨਾਲ ਪੜੋ। ਘਰ 'ਚ ਛਾਪੇਮਾਰੀ ਕਰਨ ਗਏ ਐਕਸਾਈਜ਼ ਕਰਿੰਦਿਆਂ ਨੂੰ ਪਿੰਡ ਵਾਸੀ ਕਾਬੂ ਕਰਕੇ ਕੀਤੇ ਪੁਲਿਸ ਹਵਾਲੇ, 10 ਤੇ ਪਰਚਾ ਦਰਜ। ਕਰਿੰਦਿਆਂ ਦੀ ਗੁੰਡਾਗਰਦੀ ਖਿਲਾਫ ਵਿਧਾਇਕ ਡੈਨੀ ਬੰਡਾਲਾ ਦੇ ਸਖਤ ਐਕਸ਼ਨ ਨੂੰ ਲੋਕਾਂ ਨੇ ਸਲਾਹਿਆ। ਹੁਣ ਇਹਦੀ ਖਬਰ ਦੀ ਪਿਛੋਕੜ ਮੈਂ ਤੁਹਾਨੂੰ ਦੱਸਦਾ ਕੀ ਹੈ। ਇੱਥੇ ਐਕਸਾਈਜ਼ ਦੇ ਕਈ ਰੇਡ ਹੋਏ ਸਾਡੇ ਇਲਾਕਿਆਂ 'ਚ, ਮਗਰ ਕਾਂਗਰਸ ਦੇ ਜਿਹੜੇ ਜਿੰਨੇ ਵੀ ਲੀਡਰ ਇੱਥੇ ਖਲੋਤੇ ਆ ਇਹ ਬੜਾ ਪ੍ਰੀ ਪਲਾਨ ਸੀ ਇਹ ਰੇਡ। ਪਹਿਲਾਂ ਤਾਂ ਮੁਖਬਰੀ ਕਿਹਨੇ ਕੀਤੀ? ਇੱਕ ਕਾਂਗਰਸੀ ਲੀਡਰ ਨੇ, ਜਿਹੜਾ ਪਿੰਡ ਦਾ ਸਰਪੰਚ ਹੀ ਹੈ, ਉਹਦਾ ਨਾਮ ਇੱਥੇ ਲਿਖਿਆ ਹੀ ਹੋਇਆ ਹੈ, ਉਹਦਾ ਗੁਰਬਖਸ਼ ਸਿੰਘ ਹੈ ਸ਼ਾਇਦ, ਪਿੰਡ ਦਾ ਸਰਪੰਚ ਹੈ। ਹਾਂਜੀ ਹਾਂ ਗੁਰਬਖਸ਼ ਸਿੰਘ ਹੈ। ਤੇ ਜਿਹਦੇ ਘਰੇ ਰੇਡ ਹੋਈ ਉਹ ਵਿਚਾਰੇ ਦੀ ਉਹ ਬਿਲਕੁਲ ਠੀਕ ਹੈ ਕਿ ਇਹ ਸਾਰਾ ਵੈਲ ਪਲਾਨ ਸੀ। ਇਹਨਾਂ ਨੂੰ ਢਿੱਡ ਪੀੜ ਕੀ ਸੀ ਕਿ ਇਸ ਤੋਂ ਪਹਿਲਾਂ ਐਕਸਾਈਜ਼ ਦੇ 2-3 ਰੇਡ ਕੀਤੇ ਸੀ ਤੇ ਕਾਂਗਰਸੀ ਫੜੇ ਗਏ ਸੀ। ਹੁਣ ਉਸ ਗੱਲ ਨੂੰ ਐਕਸਾਈਜ਼ ਵਾਲਿਆਂ ਨੂੰ ਸਬਕ ਸਿਖਾਉਣਾ ਸੀ ਤੇ ਇਹਨਾਂ ਨੇ ਮੁਖਬਰੀ ਕੀਤੀ ਇੱਕ ਉਹੋ ਜਿਹੇ ਘਰ ਦੀ ਜਿੱਥੇ ਵਾਕਈ ਸ਼ਰਾਬ ਨਹੀਂ ਨਿਕਲੀ ਸੀ। ਮਗਰ ਜਦ ਉੱਥੇ ਪੁਲਿਸ ਜਦ ਉੱਥੇ ਐਕਸਾਈਜ਼ ਰੇਡਿੰਗ ਪਾਰਟੀ ਪਹੁੰਚੀ, ਪਹਿਲਾਂ ਹੀ ਪ੍ਰੀ ਪਲਾਨ ਸੀ, ਐਮਐਲਏ ਸਾਹਿਬ ਵਿੱਚ ਇਨਵੋਲਵ ਸੀ, ਇਹਨਾਂ ਨੇ ਪੁਲਿਸ ਸੱਦ ਲਈ, ਉਹਨਾਂ ਨੂੰ ਉੱਥੇ ਕਾਬੂ ਕਰ ਲਿਆ ਸਾਰਿਆਂ ਨੂੰ ਔਰ ਉਹਨਾਂ ਤੇ ਪਰਚਾ ਦਰਜ ਕਰਤਾ। ਮਗਰ ਗੁੱਸਾ ਕੀ ਸੀ ਕਿ ਜਿਹੜੇ ਪਹਿਲੇ ਰੇਡ ਹੋਏ ਸੀ ਜਿਸ 'ਚ ਕਈ ਕਾਂਗਰਸੀ ਆਏ ਸੀ, ਉਹ ਸਬਕ ਸਿਖਾਉਣਾ ਸੀ ਕਿ ਤੂੰ ਕਾਂਗਰਸੀਆਂ ਨੂੰ ਫੜਿਆ। ਇਸ ਲਈ ਖਬਰ 'ਚ ਥੋੜਾ ਜਿਹਾ ਜ਼ਿਕਰ ਵੀ ਹੈ। ਔਰ ਇਸੇ ਤਰ੍ਹਾਂ ਆ ਤੁਹਾਨੂੰ ਮੈਂ ਦਿਖਾਊਂਗਾ ਹੁਣ ਉਹ ਅਗਨੀਹੋਤਰੀ ਦੇ ਨਾਲ ਜਿਹੜੇ ਬੰਦੇ ਖਲੋਤੇ ਉਹ ਵੀ ਦਿਖਾ ਦਿਓ ਜੀ ਮਾੜਾ ਜੀ। ਅਗਨੀਹੋਤਰੀ ਦੇ ਨਾਲ ਜਿਹੜੇ 2 ਸਭ ਤੋਂ ਵੱਡੇ ਸ਼ਰਾਬ ਦਾ ਧੰਦਾ ਕਰਦੇ ਆ, ਰਾਮਾ ਤੇ ਸ਼ਾਮਾ, ਇਹ ਜਿਹੜੇ ਵਿਚਕਾਰ ਨੇ ਇਹਨੂੰ ਗੋਲ ਕਰ ਦਿਓ ਯਾਰ ਉਹਨਾਂ ਦੇ ਲੜਕੇ ਨੂੰ। ਸ਼ਾਮਾ ਤੇ ਵਰਿਆਮ, ਦਿਸ ਇਜ਼ ਸ਼ਾਮਾ। ਇਸ ਜਿਹੜਾ ਜਿਹਦੇ ਮੱਥੇ ਤੇ ਤਿਲਕ ਲੱਗਿਆ ਹੈ, ਮਾੜਾ ਨਿਸ਼ਾਨ ਲਾ ਦੇਣਾ, ਇਹਨਾਂ ਨੂੰ ਨਹੀਂ ਪਤਾ ਲੱਗਣਾ। ਜਿਹਨੇ ਸ਼ੀਲਡ ਫੜੀ ਔਰ ਜਿਹੜਾ ਨਾਲ ਬੰਦਾ ਖਲੋਤਾ ਹੈ ਉਹ ਅਗਨੀਹੋਤਰੀ ਹੈ, ਆਪਣਾ ਐਮਐਲਏ ਸਾਹਿਬ ਦਾ ਲੜਕਾ। ਉਹਦੇ ਬਾਰੇ ਆ ਸਾਡੇ ਸਾਹ ਹਰਮੀਤ ਸਿੰਘ ਸੰਧੂ ਨੇ ਮਤਲਬ ਕਿੰਨੀਆਂ ਸ਼ਿਕਾਇਤਾਂ ਦੇਤੀਆਂ ਨੇ, ਇਲਾਕੇ ਦੇ ਲੋਕਾਂ ਨੇ ਦੇਤੀਆਂ ਨੇ, ਮਗਰ ਅੱਜ ਉੱਤੇ ਪਰਚਾ ਵੀ ਦਰਜ ਹੋ ਗਿਆ। ਪਹਿਲਾਂ ਇਸੇ ਐਸਐਸਪੀ ਨੂੰ ਧਰੁਵ ਧਈਏ ਨੂੰ ਗੱਲ ਨਹੀਂ ਸੁਣਦੀ ਸੀ। ਸੋ ਧਰੁਵ ਧਈਆ ਆਪ ਇਜ਼ ਇਨਵੋਲਵਡ, ਹੀ ਸ਼ੁੱਡ ਬੀ ਬੁੱਕ ਫॉर ਥੀਸ 74 ਮਰਡਰਸ ਇਨ ਤਰਨਤਾਰਨ। ਹਾਊ ਇਜ਼ ਦ ਐਸਐਸਪੀ ਕਿਵੇਂ ਬਚ ਗਿਆ ਸਾਰੇ ਕੰਮ ਤੋਂ? ਜਿਹਦੀ ਜੇ ਐਸਐਚਓ ਨੂੰ ਇਹਨਾਂ ਨੇ ਸਸਪੈਂਡ ਕਰਤਾ, 4 ਪੁਲਿਸ ਵਾਲਿਆਂ ਨੂੰ ਕਰਤਾ, ਜਿਹੜਾ ਡਿਸਟ੍ਰਿਕਟ ਦਾ ਹੈਡ ਹੈ, ਹਾਊ ਹੀ escaped all this? ਉਹਨੂੰ ਤਾਂ ਸਾਰੀ ਗੱਲ ਦਾ ਪਤਾ ਸੀ, ਮਗਰ ਐਮਐਲਏ ਦੇ ਦਬਾਅ ਹੇਠ ਕਿਸੇ ਤੇ ਕਾਰਵਾਈ ਕੋਈ ਨਹੀਂ ਕਰਦਾ ਸੀ। ਅੱਜ ਉਹ ਬੀਪੀਆਂ ਜਿਹੜਾ ਕੱਲ ਬੋਲੀਆਂ ਸੀ ਸੁਖਬੀਰ ਜੀ ਦੀ ਹਾਜ਼ਰੀ 'ਚ, ਉਹ ਵੀ ਸੁਣਾ ਦਿਓ। ਇਹ ਹੋ ਗਿਆ ਜੀ ਅਗਨੀਹੋਤਰੀ ਦਾ ਮੁੰਡਾ, ਨਾਲ ਉਹਦੇ ਸ਼ੀਲਡ ਵਾਲਾ ਸ਼ਾਮਾ ਹੋ ਗਿਆ, ਉਹਦੇ ਨਾਲ ਉਹ ਦੂਜਾ ਹੋ ਗਿਆ ਵਰਿਆਮਾ। ਉਹ ਦੂਜੀ ਵੀ
ਵਿਖਾ ਦਿਓ ਜੀ ਮਾੜੀ ਜੀ। ਦਿਖਾ ਰਿਹਾ ਜੀ। ਉਹ ਜਿਹੜੀਆਂ ਬੀਬੀਆਂ ਉੱਥੇ ਬੋਲਦੀਆਂ ਜੇ ਸਾਹ ਬੈਠੇ ਸੀ, ਇਹ ਅਫਸੋਸ ਕਰਨ ਜੇ ਸਾਹ ਪਹੁੰਚੇ ਉੱਥੇ ਵੇਖੋ ਕੀ ਕਹਿ ਰਹੀਆਂ ਸੀ। ਅੱਜ ਵੀ ਉਹ ਬੋਲੀਆਂ ਮੈਨੂੰ ਪਤਾ ਲੱਗਿਆ। ਆ ਰਹੀ ਜੀ ਵੀਡੀਓ? ਨਹੀਂ ਆ ਆਈ ਨਹੀਂ। ਮੈਂ ਵੀਡੀਓ ਗਰੁੱਪ 'ਤੇ ਪਾ ਦਿੰਦਾ ਤੁਹਾਨੂੰ। ਪਾ ਦਿਓ ਇਹਨਾਂ ਨੂੰ, ਯੂ ਵਿਲ ਗੈਟ ਟੂ ਨੋ ਵਾਟ ਦੇ ਆਰ ਸੇਇੰਗ। ਪਲੇ ਕਰ ਦੋ ਜੀ ਹੋ ਜਾਣੀ। ਔਰ ਮੈਂ ਜਿਹੜੀ ਅਗਲੀ ਗੱਲ ਕਰ ਰਿਹਾ ਜੀ ਕਿ ਦੇਖੋ ਚਾਹੇ ਆ ਧਾਰਮਿਕ ਐਡਵਾਈਜ਼ਰ ਨੇ ਸੀਐਮ ਸਾਹਿਬ ਦੇ ਸਰਨਾ ਜੀ, ਉਹਨਾਂ ਦੀ ਬੇਟੀ ਦੀ ਫੈਕਟਰੀ ਚੱਲਦੀ ਆ, ਕਿੰਨੀ ਸ਼ਰਾਬ ਜਿੰਨੀ ਇਲੀਗਲ ਡਿਸਟਰੀਆਂ ਚੋਂ ਨਿਕਲ ਰਹੀਆਂ ਨੇ, ਉਹਦੇ ਬਾਰੇ ਤਾਂ ਹਲੇ ਚਰਚਾ ਹੀ ਨਹੀਂ। ਇਹ ਜਿਹੜੀ ਸਾਰਾ ਇਹ ਸਪਿਰਿਟ ਵਿਕੀ ਆ ਜਿਹਦੇ ਕਰਕੇ ਕਈਆਂ ਦੀ ਅੱਖਾਂ ਖਰਾਬ ਹੋ ਗਈਆਂ, ਉਹਦਾ ਹਲੇ ਕੋਈ ਜ਼ਿਕਰ ਨਹੀਂ। ਸਰਕਾਰ ਉਹਨੂੰ ਰਿਕਾਰਡ ਤੇ ਨਹੀਂ ਲਿਆ ਰਹੀ। ਕਈਆਂ ਦੀ ਜਿਹੜੀ ਡੈਥਸ ਦਵਾਈਆਂ ਜਾ ਰਹੀਆਂ ਨੇ ਉਹ ਸਰਕਾਰ ਲੁਕਾਉਣ ਦੀ ਕੋਸ਼ਿਸ਼ ਕਰਦੀ ਹੈ। ਤਾਂ ਫਿਗਰ ਅਕੋਰਡਿੰਗ ਟੂ ਪੀਪਲ ਵਾਟ ਟੈਲ ਅਸ ਇਜ਼ ਆਲਮੋਸਟ 100। ਔਰ ਜਿਸ ਦਿਨ ਪਹਿਲੇ ਦਿਨ ਇਹ ਪੁੱਛੋ ਕਿ ਜਿਹੜੀ ਪਹਿਲੀ ਡੈਥਸ ਹੋਈਆਂ ਨੇ ਇਨ ਮੁੱਛਲ ਪਿੰਡ, ਉਹਨਾਂ ਦੇ ਪੁਲਿਸ ਨੇ ਪੋਸਟਮਾਰਟਮ ਕਿਉਂ ਨਹੀਂ ਕਰਾਇਆ? ਔਰ ਉਹ ਉੱਥੇ ਬੁਲਾ ਕੇ ਪਰਿਵਾਰਾਂ ਨੂੰ ਕਿਹਾ ਜਾ ਰਿਹਾ ਸੀਗਾ ਕਿ ਤੁਸੀਂ ਕਹਿਣਾ ਹਾਰਟ ਅਟੈਕ ਹੋਇਆ। ਮਤਲਬ ਇਹ ਸਾਰਾ ਕੁਝ ਤਾਂ ਪੁਲਿਸ ਤਾਂ ਕਲੀਅਰਲੀ ਇਨਵੋਲਵਡ। ਸੋ ਇਹ ਡੀਐਸਪੀ ਐਸਐਸਪੀ ਜਿਹੜਾ ਇਹ ਤਰਨਤਾਰਨ ਵਾਲਾ ਗਰੁੱਪ ਤੇ ਉਹਨੂੰ ਤਾਂ ਰਿਪੋਰਟ ਕਰਤਾ, ਚੱਕ ਕੇ ਮਜੀਠੇ ਲਾਤਾ, ਸਾਡੇ ਅੰਮ੍ਰਿਤਸਰ ਰੂਰਲ ਲਾਤਾ ਕਿ ਹੁਣ ਤਰਨਤਾਰਨ ਦਾ ਤੂੰ ਕੰਮ ਕਰਿਆ ਹੁਣ ਇੱਥੇ ਕਰਦੀ। ਸੋ ਜਿਹੜੀ ਸੀਐਮ ਸਾਹਿਬ ਦੀ ਇਹ ਮੈਜਿਸਟਰਲ ਇਨਕੁਆਇਰੀ ਇਜ਼ ਆਲ ਅ ਫਾਰਸ। ਜਿਵੇਂ ਦੁਸ਼ਹਿਰਾ ਵਾਲਿਆਂ ਦਾ ਅੱਜ ਤੱਕ ਕੋਈ ਇਨਸਾਫ ਨਹੀਂ ਮਿਲਿਆ, 60-65 ਲੋਕ ਮਰੇ, ਕਿਸੇ ਨੂੰ ਇਨਸਾਫ ਮਿਲਿਆ, ਅੱਜ ਤੱਕ ਕਿਸੇ ਤੇ ਕਾਰਵਾਈ ਹੋਈ ਤੇ ਇੱਕ ਸੁਪਰਿੰਟੈਂਡੈਂਟ ਚੱਕਤਾ, ਉਹ ਸੁਪਰਿੰਟੈਂਡੈਂਟ ਨੇ ਮਨਾਇਆ ਸੀ ਦੁਸ਼ਹਿਰਾ। ਸੇਮ ਵੇ ਇੱਕ ਆਈ ਵਾਸ਼ ਹੈ। ਐਂਡ ਵੀ ਟੋਟਲੀ ਰਿਜੈਕਟ ਜਿਹੜਾ ਸੀਐਮ ਸਾਹਿਬ ਦੀ ਇਹ ਜਿਹੜਾ ਡਾਇਵਰਸ਼ਨਰੀ ਟੈਕਟਿਕਸ ਉਹਨਾਂ ਨੇ ਕੀਤੀ for his own sin and his Congress party sin. He is ਜਿਹੜਾ ਧਿਆਨ ਭਟਕਾਊ ਕੰਮ ਹੈ ਕਿਸੇ ਹੋਰ ਨਾਲ ਕਰਨ, ਵੀ ਟੋਟਲੀ ਰਿਜੈਕਟਡ। ਤੁਸੀਂ ਕੁਝ ਪੁੱਛਣਾ ਚਾਹੁੰਦੇ ਤਾਂ ਦੱਸੋ ਜੀ। ਸਰਕਾਰ ਵੱਲੋਂ ਇਹ ਕਿਹਾ ਗਿਆ ਕਿ ਅਸੀਂ ਹੁਣ ਕਾਰਵਾਈ ਕਰ ਰਹੇ ਹਾਂ, ਪੂਰੇ ਪੰਜਾਬ ਭਰ ਦੇ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ। ਰਾਜਪੁਰਾ ਚ ਦੇਖਿਆ ਜਿੱਥੇ ਢਾਬਾ ਗ੍ਰੀਨ ਢਾਬਾ ਜਿੱਥੇ ਡੀਜ਼ਲ ਬਣਿਆ ਗਿਆ ਉਹਦਾ ਗ੍ਰਿਫਤਾਰੀਆਂ ਦਿਖਾਈਆਂ ਗਿਆ। ਤੁਹਾਨੂੰ ਲੱਗਦਾ ਹੈ ਕਿ ਬਾਕੀ ਸਰਕਾਰ ਸੀਰੀਅਸਲੀ ਅਸੀਂ ਸਿਰਫ ਆਈ ਵਾਸ਼ ਇਹ ਸਾਰਾ ਜੀ ਆਈ ਵਾਸ਼ ਕਵਰ ਅਪ ਡਾਇਵਰਸ਼ਨਰੀ ਟੈਕਟਿਕ ਹੈ। ਦੇਖੋ ਲਾਸ ਜੀ, ਜਿਸ ਲਾਸ ਦੇ ਬਾਰੇ ਕੈਬਨਿਟ ਤੱਕ ਰੌਲਾ ਪੈ ਗਿਆ ਔਰ ਜੇ ਚੀਫ ਸੈਕਟਰੀ ਦੇ ਨਾਲ ਰੌਲਾ ਪਿਆ, ਉਹ ਤਾਂ ਮੰਤਰੀ ਵੀ ਨਵਾਜਤੇ ਗਏ ਤੇ ਚੀਫ ਸੈਕਟਰੀ ਵੀ ਨਵਾਜਤਾ। ਜਿਹੜਾ 5600 ਕਰੋੜ ਦਾ ਲਾਸ ਦਾ ਕੀ ਹੋਇਆ? ਉਹ ਐਮਐਲਏ ਕਿੱਧਰ ਗਏ ਜਿਹੜੇ ਰੌਲਾ ਪਾਉਂਦੇ ਸੀ? ਜਿਨ੍ਹਾਂ ਦਾ ਘਰ ਪੂਰਾ ਹੋ ਗਿਆ ਚੁੱਪ ਕਰਕੇ, ਮਗਰ ਖਜ਼ਾਨੇ ਨੂੰ ਤਾਂ ਕੁੰਡਾ ਕਰ ਗਏ। ਔਰ ਅੱਜ 100 ਤੋਂ ਵੱਧ ਕੀਮਤੀ ਜਾਨਾਂ ਪੰਜਾਬੀਆਂ ਦੀ ਚਲੀ ਗਈਆਂ। ਇਹ ਸਾਰਾ ਡਰਾਮਾ ਹੋ ਰਿਹਾ ਜੀ। ਝਿਲਮੇ ਢਾਬਾ ਕਿੱਥੇ? ਚਲੋ ਉੱਥੇ ਕਰੋ ਰੇਡ, ਮਗਰ ਜੋ ਮਾਝੇ 'ਚ ਹੋਇਆ ਉਹਦੇ ਲਈ ਜ਼ਿੰਮੇਵਾਰ ਬੰਦਿਆਂ ਦੇ ਖਿਲਾਫ ਕੀ ਕਾਰਵਾਈ ਹੈ? ਇਹ ਸਾਰੇ ਐਮਐਲਏ ਦੇ ਇਸ਼ਾਰੇ ਤੇ ਐਸਐਚਓ ਲੱਗ ਰਹੇ ਸੀ, ਇਹਨਾਂ ਦੇ ਇਸ਼ਾਰੇ ਤੇ ਐਕਸਾਈਜ਼ ਵਾਲੇ ਲੱਗ ਰਹੇ ਸੀ, ਇਹਨਾਂ ਦੇ ਇਸ਼ਾਰੇ ਤੇ ਸਾਰਾ ਕੰਮ ਚੱਲ ਰਿਹਾ ਸੀ। ਉਹਨਾਂ ਦੇ ਤਾਂ ਜ਼ਿਕਰ ਕਿੱਥੇ ਨਹੀਂ। ਹਾਂਜੀ ਦੇਖੋ ਇਹ ਕਮੀ ਕੈਪਟਨ ਅਮਰਿੰਦਰ ਸਿੰਘ ਤੋਂ ਲੈ ਕੇ ਡੀਜੀਪੀ ਤੋਂ ਲੈ ਕੇ ਇਹਨਾਂ ਦੀ ਸਰਕਾਰ ਸਮੁੱਚੀ ਦੀ ਫੇਲ ਹੈ। ਫਿਰ ਇਹਨਾਂ ਦਾ ਇੰਟੈਲੀਜੈਂਸ ਰਿਪੋਰਟ ਕਿ ਇੰਟੈਲੀਜੈਂਸ ਕਿੱਥੇ ਸੀ? ਸ਼ਰਾਬ ਦਾ ਜੀ ਸਭ ਨੂੰ ਪਤਾ ਵਿਕ ਰਹੀ ਹੈ, ਵੀ ਪਤਾ ਵਿਕ ਰਹੀ ਹੈ, ਜਿਹੜੇ ਲੋਕ ਉਹ ਕਰੋੜਾਂ ਦੇ ਕਿੱਥੇ ਕਿਸੇ ਹੁਕਮਰਾਨ ਦੀ ਜੇਬ 'ਚ ਜਾ ਰਹੇ ਸੀ, ਕਦੇ ਕੋਈ ਕਾਰਵਾਈ ਨਹੀਂ ਹੋ ਰਹੀ ਸੀ। ਔਰ ਅੱਜ ਵੀ ਤੁਸੀਂ ਵੇਖੋ 302 ਦੇ ਪਰਚੇ ਨਹੀਂ ਦਿੱਤੇ, ਪਰਚੇ ਦਿੱਤੇ ਕਈ ਜਗ੍ਹਾ 61-114 ਦੇ, ਉਹ ਜਿਹੜਾ ਐਕਸਾਈਜ਼ ਐਕਟ ਹੈ। ਇੱਕ ਦੋ ਜਗ੍ਹਾ ਜ਼ਰੂਰ ਇਹਨਾਂ ਨੇ 304 ਲਾਤੀ ਹੈ, ਸਾਰੇ ਪਰਚੇ 302 ਦੇ ਹੋਣੇ ਚਾਹੀਦੇ। ਐਸਐਸਪੀ ਸ਼ੁੱਡ ਬੀ ਬੁੱਕਡ। ਜਿੱਥੇ 70-75 ਕੀਮਤੀ ਜਾਨਾਂ ਚਲੇ ਗਈਆਂ ਕਿ ਜ਼ਿਲ੍ਹੇ 'ਚ
ਕਿ ਉੱਥੋਂ ਦਾ ਐਸਐਸਪੀ ਨੂੰ ਉਹ ਜ਼ਿੰਮੇਵਾਰ ਨਹੀਂ ਹੈ ਕਿ ਗਾਂ ਕੋਈ ਨਾ ਕਰੇ। ਜਿਵੇਂ ਵਿਕਾਸ ਦੁਬੇ ਦੇ ਕੇਸ 'ਚ ਜਿਵੇਂ ਯੋਗੀ ਨੇ ਅਖੀਰ 'ਚ ਕਿੱਡੀ ਸਖਤ ਕਾਰਵਾਈ ਕੀਤੀ, ਜਿਨ੍ਹਾਂ ਪੁਲਿਸ ਵਾਲਿਆਂ ਨੇ ਮੁਖਬਰੀ ਕੀਤੀ ਸੀ ਉਹਨਾਂ ਤੇ ਵੀ ਐਕਸ਼ਨ ਹੋ ਗਿਆ। ਇਹ ਕੈਪਟਨ ਅਮਰਿੰਦਰ ਸਿੰਘ ਦਾ ਹਾਲੇ ਆ ਵਿਚਾਰੇ ਛੋਟੇ ਛੋਟੇ ਅਫਸਰਾਂ ਨੂੰ ਉਹਨਾਂ ਦੀ ਕਾਹਦੀ ਗਲਤੀ ਹੈ? ਇਹ ਬਚਾ ਰਹੇ ਆ ਵੱਡੇ ਲੀਡਰਾਂ ਨੂੰ ਇਸ ਚੱਕਰ 'ਚ। ਮਜੀਠੀਆ ਸਾਹਿਬ, ਰਵਨੀਤ ਬਿੱਟੂ ਨੇ ਸਾਫ਼ ਤੌਰ ਤੇ ਕਿਹਾ, ਰਵਨੀਤ ਬਿੱਟੂ ਕਾਂਗਰਸ ਦੇ ਆਦਰਸ਼ ਪ੍ਰਧਾਨ ਨੇ ਕਿਹਾ ਕਿ ਇਹ ਕਿਸੇ ਪੋਲੀਟੀਕਲ ਖਿਆਲ ਨਾਲ ਨਹੀਂ ਹੋ ਸਕਦਾ। ਰਵਨੀਤ ਬਿੱਟੂ ਖੁਦ ਕਹਿ ਰਹੇ ਨੇ, ਕਾਂਗਰਸ ਦੇ ਐਮਪੀ ਨੇ, ਉਹ ਕਹਿੰਦੇ ਨੇ ਦਿੱਲੀ ਦੇ ਵਿੱਚ ਤੁਸੀਂ ਕਿ ਕਿਸੇ ਪੋਲੀਟੀਕਲ ਮੁੱਦਿਆਂ ਨੂੰ ਕੀ ਇਹਦੇ ਵਿੱਚ ਬੁੱਕ ਨਹੀਂ ਕਰਦੇ ਜਾਂ ਸਿਰਫ ਜਾਂ ਫਿਰ ਪੁਲਿਸ ਕਰਕੇ ਨਾ ਛੱਡੋ। ਕਹਿੰਦੇ ਨੇ ਕਿ ਪੋਲੀਟੀਕਲ ਮੁੱਦਿਆਂ ਤੇ ਪਰਚਾ ਨਾ ਦੇਣ। ਨਪਿੰਦਰ ਜੀ ਅਸ਼ਵਨੀ ਸ਼ੇਖੜੀ ਸਾਹਿਬ ਵੀ ਇਹੀ ਕਹਿ ਰਹੇ ਆ। ਔਰ ਨਪਿੰਦਰ ਜੀ ਉਹ ਵੀਡੀਓ ਤੁਸੀਂ ਭੁੱਲ ਗਏ ਜਿਹੜੀ ਹਰਮਿੰਦਰ ਗਿੱਲ ਦੀ ਸੀ, ਜਿਹੜਾ ਥਾਣੇਦਾਰ ਨੂੰ ਕਹਿ ਰਿਹਾ ਸੀ ਤੂੰ ਜਾਣਦਾ ਨਹੀਂ ਮੈਂ ਕੌਣ ਆ, ਮੈਨੂੰ ਸਤਿ ਸ੍ਰੀ ਅਕਾਲ ਨਹੀਂ ਬੁਲਾਈ। ਉਹ ਕਹਿੰਦਾ ਮੈਂ ਬੁਲਾ ਤਾਂ ਰਿਹਾ ਸਤਿ ਸ੍ਰੀ ਅਕਾਲ, ਕਹਿੰਦਾ ਨਹੀਂ ਸਤਿ ਸ੍ਰੀ ਅਕਾਲ ਨਹੀਂ ਬੁਲਾਈ। ਕਿਹੜੀ ਸਤਿ ਸ੍ਰੀ ਅਕਾਲ ਸੀ? ਕਿ ਸਾਡੇ ਇਸ਼ਾਰੇ ਤੇ ਚੱਲੋ, ਸਾਡੇ ਇਸ਼ਾਰੇ ਤੇ ਨੱਚੋ, ਔਰ ਜੋ ਅਸੀਂ ਗਲਤ ਕੰਮ ਕਹਿੰਦੇ ਉਹ ਕਰੋ, ਨਹੀਂ ਤਾਂ ਤੁਹਾਡਾ ਇੱਥੇ ਥਾਣੇਦਾਰ ਨਹੀਂ ਰਹਿ ਸਕਦੇ। ਸਾਰੇ ਇਹ ਐਸਐਚਓ ਇਜ਼ ਅ ਵੈਰੀ ਸਮਾਲ ਫਰਾਈ। ਅਸਲ ਜ਼ਿੰਮੇਵਾਰ ਇਹਦੇ ਐਮਐਲਏ ਨੇ ਜਿਹੜੇ ਸਾਡੇ ਇਸ ਇਲਾਕੇ ਦੇ ਕਾਂਗਰਸ ਐਮਐਲਏ ਨੇ, ਤੇ ਐਸਐਸਪੀ ਨਾਲ ਸ਼ੁੱਡ ਬੀ ਬੁੱਕਡ ਇਹਦੇ ਚ। ਹਾਊ ਇਜ਼ ਐਸਐਸਪੀ escaping? ਉਹਦਾ ਫਿਰ ਲਾਅ ਐਂਡ ਆਰਡਰ ਕੀ ਉਹਨੇ ਸੰਭਾਲਿਆ? ਜਿਹਨੂੰ ਪਤਾ ਸੀ। ਇਹ ਇੱਕ ਲਾਸਟ ਗੱਲ ਮੇਰੀ ਲਾਸਟ ਗੱਲ ਐਸਐਸਪੀ ਇਜ਼ ਅ ਨੋਨ ਅਕੰਪਲਿਸ। ਉਹ ਜਾਣਦੇ ਹੋਏ ਉਹਨੇ ਅੱਖਾਂ ਬੰਦ ਕੀਤੀਆਂ। ਇਜ਼ ਅ ਨੋਨ ਅਕੰਪਲਿਸ। ਇੱਕ ਬ੍ਰਦਰ ਜੀ ਲਾਪਰਵਾਹੀ ਸੀਐਮ ਸਾਹਿਬ ਦਾ ਸ਼ੁੱਡ ਰਿਜ਼ਾਈਨ, ਹੀ ਸ਼ੁੱਡ ਸਟੈਪ ਡਾਊਨ। ਜਿੱਡੀ ਵੱਡੀ ਫੇਲੀਅਰ ਉਹਨਾਂ ਦੀ ਪੁਲਿਸ ਦੀ ਸਾਬਿਤ ਹੋਈ ਹੈ, ਔਰ ਜਿੰਨੀ ਵੱਡੀ ਫੇਲੀਅਰ ਐਕਸਾਈਜ਼ ਮਹਿਕਮੇ ਦੀ ਹੋਈ ਹੈ, ਮਗਰ ਵੱਡੀ ਗੱਲ ਵੇਖੋ ਕਿ ਇਹ ਜਿਹੜਾ ਜਿੱਥੇ ਸੀਐਮ ਦੀ ਤੇ ਗਲਤੀ ਹੈ ਹੀ, ਮਗਰ ਜਿਹੜੇ ਡਿਸਟ੍ਰਿਕਟ ਲੈਵਲ 'ਚ ਜਿਹੜਾ ਐਸਐਚਓ, ਚੌਕੀ ਇੰਚਾਰਜ, ਮੁਨਸ਼ੀ, ਡੀਐਸਪੀ, ਇਹ ਤੁਹਾਨੂੰ ਨਹੀਂ ਪਤਾ ਕਿ ਲਿਸਟਾਂ ਕੌਣ ਬਣਾ ਰਿਹਾ? ਅਸ਼ਵਨੀ ਸ਼ੇਖੜੀ ਜੀ ਦੱਸ ਰਿਹਾ ਕਿ ਸਾਡੀ ਰეკਮੈਂਡੇਸ਼ਨ ਤੇ ਲੱਗਦੇ ਆ। ਉਹਨਾਂ ਨੇ ਬਟਾਲੇ ਦੀ ਗੱਲ ਕੀਤੀ ਹੈ ਕਿ ਕਿਹੜੇ ਵਜ਼ੀਰ ਨੇ ਲਗਾਇਆ। ਹਾਊ ਆਰ ਦੋਜ਼ ਪੀਪਲ ਨਾਟ ਰਿਸਪੌਂਸਿਬਲ? ਗਗਨ ਜੀ ਇਹ ਗੱਲਾਂ ਤਾਂ ਬੜੀ ਕਲੀਅਰ ਹੈ ਕਿ ਇਹ ਸਾਰੇ ਗੋਰਖ ਧੰਦੇ ਦੀ ਕਮਾਈ ਦੇ ਪੈਸੇ ਲੱਗਦਾ ਹੈ ਹਾਈ ਕਮਾਂਡ ਤੱਕ ਜਾ ਰਹੇ ਆ। ਤਦੇ ਤਾਂ ਈਡੀ ਨੂੰ ਰਿਕਾਰਡ ਕੋਈ ਨਹੀਂ ਦੇ ਰਹੇ, ਤਦੇ ਕਾਰਵਾਈ ਕੋਈ ਨਹੀਂ ਹੋ ਰਹੀ। ਦੇਖੋ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਕੀ ਹੈ? ਜਿਹੜਾ ਰੋਪੜ 'ਚ ਕਰਫਿਊ ਦੌਰਾਨ ਠੇਕਾ ਚੱਲਦਾ ਸੀ, ਸਾਹਮਣੇ ਫੜਿਆ ਗਿਆ, ਲਾਈਵ ਰਿਕਾਰਡਿੰਗ ਹੋਈ, ਉਹ ਐਸਡੀਐਮ ਦੀ ਬਦਲੀ ਹੋ ਗਈ, ਉਹਨਾਂ ਤੇ ਕਾਰਵਾਈ ਕੋਈ ਨਹੀਂ ਹੋਈ। ਦੇਖੋ 100% ਇਹ ਗੱਲ ਕਲੀਅਰ ਹੈ ਜੀ। ਜੇ ਪਹਿਲੇ ਦਿਨ ਜਦੋਂ ਅਖਬਾਰਾਂ 'ਚ ਤੁਸੀਂ ਸਾਰਿਆਂ ਨੇ ਇਹਨੂੰ ਹਾਈਲਾਈਟ ਕੀਤਾ, ਜੇ ਕਾਰਵਾਈ ਹੋ ਜਾਂਦੀ ਤੇ ਅੱਜ 100 ਤੋਂ ਵੱਧ ਕੀਮਤੀ ਜਾਨਾਂ ਬਚ ਜਾਣੀਆਂ ਸਨ। ਔਰ ਇਹੀ ਕਾਰਨ ਹੈ ਕਿਤੇ ਨਾ ਕਿਤੇ ਰਾਈਟ ਟੂ ਦਾ ਟੌਪ ਕੋਈ ਮਿਲੀ ਇਨਵੋਲਵਮੈਂਟ ਹੈ ਜਾਂ ਸਿਆਸੀ ਮਜਬੂਰੀ ਹੈ ਆਪਦੇ ਐਮਐਲਏ ਇਕੱਠੇ ਰੱਖਣ ਦੀ ਕਿ ਨਾ ਮਾਈਨਿੰਗ ਤੇ ਕੋਈ ਐਕਸ਼ਨ ਹੋ ਰਿਹਾ, ਨਾ ਨਜਾਇਜ਼ ਸ਼ਰਾਬ ਦੇ ਮੁੱਦੇ ਤੇ ਕੋਈ ਐਕਸ਼ਨ ਹੋ ਰਿਹਾ, ਨਾ ਤੁਸੀਂ ਈਡੀ ਨੂੰ ਰਿਕਾਰਡ ਦੇਣਾ ਚਾਹੋ। ਇਸ ਲਈ ਤਾਂ ਰਲ ਮਿਲ ਕੇ ਸਾਰਾ ਕੰਮ ਚੱਲ ਰਿਹਾ। ਹੁਣ ਕਿ ਕੋਈ ਸਮਝੇ ਕਿ ਪੰਜਾਬੀ ਐਡੇ ਬੁੱਧੂ ਨੇ, ਪੰਜਾਬੀ ਐਡੇ ਬੇਵਕੂਫ ਨੇ, ਉਹਨਾਂ ਨੂੰ ਸਮਝ ਨਹੀਂ ਆਉਂਦੀ। 4 ਐਸਐਚਓ ਤੁਸੀਂ ਝਟਕਾ ਦਿਓ ਜਾਂ ਈਟੀਓ ਝਟਕਾ ਦਿਓ, ਉਹਦੀ ਬਦਲੀ ਕਿਹਨੇ ਕਰਾਈ? ਉਹਨੂੰ ਲਵਾਇਆ ਕਿਹਦੀ ਰეკਮੈਂਡੇਸ਼ਨ ਤੇ? ਬੰਦੇ ਤਾਂ ਉਹ ਝਟਕਾਉਣ ਵਾਲੇ ਜਿਨ੍ਹਾਂ ਨੇ ਉਹਨਾਂ ਦੀ ਪੋਸਟਿੰਗ ਕੀਤੀ ਤੇ ਜਿਨ੍ਹਾਂ ਨੇ ਉਹਨਾਂ ਦੀ ਸਿਫਾਰਿਸ਼ ਕੀਤੀ।
ਮੈਂ ਇੱਕ ਪ੍ਰੈਸੀਡੈਂਟ ਸਰਕਾਰ ਨੇ ਸੈੱਟ ਕੀਤਾ ਹੈ। ਇਹ ਜਦੋਂ ਦੁਸ਼ਹਿਰਾ ਦੀ ਟ੍ਰੈਜੇਡੀ ਹੋਈ ਹੈ ਉਦੋਂ ਵੀ ਸਰਕਾਰ ਨੇ ਉੱਥੇ 5 ਲੱਖ ਰੁਪਈਆ ਦਿੱਤਾ ਤੇ ਨਾਲ ਉਹਨਾਂ ਨੂੰ ਨੌਕਰੀ ਦਾ ਵਾਅਦਾ ਕੀਤਾ, ਜਿਹੜਾ ਚਲੋ 2 ਸਾਲ ਨਹੀਂ ਦਿੱਤੀ, ਮਗਰ ਸਾਡੇ ਰੌਲੇ ਤੋਂ ਬਾਅਦ ਕਈਆਂ ਨੂੰ ਕੁਝ ਹੱਦ ਤੱਕ ਨੌਕਰੀ ਮਿਲੀ, ਹਲੇ ਵੀ ਕਈਆਂ ਨੂੰ ਨਹੀਂ ਮਿਲੀ ਹੈ। ਮੈਂ ਅੱਜ ਵੀ ਡਿਮਾਂਡ ਕਰਦਾ, ਨਲਾਇਕੀ ਸਰਕਾਰ ਦੀ ਸੀ, ਗਲਤੀ MLA ਹੁਕਮਰਾਨਾਂ ਦੀ ਹੈ, ਗਲਤੀ ਤੁਹਾਡੇ SSP ਦੀ ਹੈ ਨਾ। ਉਹ ਗਰੀਬ ਲੋਕ ਹੈ, ਹੁਣ ਉਹਨਾਂ ਨੂੰ ਮੁਆਵਜ਼ਾ ਵੀ ਦਿਓ। ਉਹਨਾਂ ਦਾ ਬ੍ਰੈਡ ਅਰਨਰ ਕਰੋਨਾ ਦੇ ਸਮੇਂ ਦੇ ਵਿੱਚ ਉਹ ਜਾ ਕੇ ਬਾਹਰ ਆਪਣੇ ਪਰਿਵਾਰ ਦੀ ਪਰਵਰਿਸ਼ ਲਈ ਮਿਹਨਤ ਕਰ ਰਿਹਾ ਸੀ, ਉਹ ਚਲੇ ਗਿਆ ਹੈ, ਉਹਨੂੰ ਕੋਈ ਸਪੋਰਟ ਤਾਂ ਦਿਓਗੇ। ਦੈਟਸ ਵਾਈ ਦੇ ਆਰ ਡਿਮਾਂਡਿੰਗ help from the government and they are demanding in fair investigation guilty should be booked ਕਿ ਗਾਂ ਇਹ ਜਿਹਾ ਕੰਮ ਨਾ ਹੋਵੇ ਤੇ ਇੱਕ ਸਰਕਾਰੀ ਨੌਕਰੀ ਕੀ ਹੈ। ਸਰਕਾਰ ਨੇ ਗਰੀਬਾਂ ਦੇ ਭਲੇ ਲਈ ਬਣੀ ਆ, ਅੱਜ ਗਰੀਬਾਂ ਦਾ ਨੁਕਸਾਨ ਸਰਕਾਰ ਦੀ ਨਲਾਇਕੀ ਕਰਕੇ ਹੋਇਆ। ਸਰਕਾਰ ਦੇਖੋ ਜੀ, ਇਹ ਸਟੇਟ ਪੈਟਰਨਾਈਜ਼ਡ ਮਰਡਰ ਹੈ। ਇਹ ਕਾਂਗਰਸ ਦੇ MLA ਦੇ ਇਸ਼ਾਰੇ ਤੇ ਮਰਡਰ ਹੋਇਆ, ਉਹਨਾਂ ਦੀ ਮਿਲੀ ਭੁਗਤ ਨਾਲ ਹੋਇਆ। ਜੇ ਕਾਰਵਾਈ ਨਹੀਂ ਹੋਊਗੀ ਤੇ ਸੁਭਾਵਿਕ ਹੈ ਫਿਰ ਸਾਨੂੰ ਕੋਰਟਾਂ 'ਚ ਜਾਣਾ ਪਊਗਾ ਜੀ। देखो, मैं ये इसीलिए मैंने शुरू पे ही बात शुरू करी थी कि ये डाइवर्जनरी टैक्टिक्स है CM के, ये ध्यान भटकाने वाले CM के टैक्टिक्स है। 100 से ज्यादा लोग कब मरे हैं यार, आप निकालो। आपको पिछले 20 सालों में नहीं याद आएगा कि 100 से ज्यादा लोग एक झटके में सरकार की नलायकी करके मर गए और इतना बड़ा नुकसान हुआ। अभी भी कवर अप हो रहा है, कईयों का पोस्टमार्टम नहीं कराया जा रहा है कि दिखाने के लिए ये क्या नेचुरल डेथ है। इनका तो कोई पता नहीं है, कोरोना डेथ भी 10 बता देंगे। हाँ जी, साढ़े MLA साहब ने जी, एक्स MLA हरमीत संधू साहब ने। ਉਹਦੀ ਫੋਟੋ ਦਿਖਾ ਦਿਓ ਜੀ।
ਫੋਟੋ ਮੈਂ ਦਿਖਾ ਰਿਹਾ ਜਿਹੜਾ ਸ਼ਰਾਬ ਦੇ ਕੰਮ ਚ ਲੋਗੋ ਹੈ ਉਹਨੇ ਥੈਲੀ ਭੇਟ ਕਰ ਰਿਹਾ ਇਹ ਬੰਦੇ ਤੇ ਪਰਚਾ ਹੋਇਆ ਜਿਹੜਾ ਨਿੱਕੂ ਜਿਹਾ ਉਹ ਤੇ ਪਰਚਾ ਹੋਇਆ ਮਗਰ ਇਹਦਾ ਰੌਲਾ ਤਾਂ ਕਿੰਨੀ ਵਾਰੀ ਪਿਆ ਉੱਥੇ ਹਾਲ ਦੇਖ ਲਓ ਇਹ ਹਾਲ ਹਸਪਤਾਲ ਦਾ ਹਾਲ ਦੇਖ ਲਓ ਵਿਖਾਉਣ ਵਾਲਾ ਨਹੀਂ ਮਗਰ ਹਾਲ ਦੇਖ ਲਓ ਕੀ ਬਣਿਆ ਪਿਆ ਉੱਥੇ ਮਤਲਬ ਦਿਸ ਇਜ਼ ਦ ਸੈਡ ਸਟੇਟ ਆਫ ਅਫੇਅਰਸ ਹਮਦਰਦੀ ਤਾਂ ਦੂਰ ਦੀ ਗੱਲ ਹੈ ਕਵਰ ਅਪ ਆਪਰੇਸ਼ਨ ਪਹਿਲਾਂ ਸ਼ੁਰੂ ਹੋ ਗਿਆ ਹਾਂਜੀ ਬਿਲਕੁਲ ਕਰਦੇ ਆ ਜੀ ਅਸੀਂ ਤਾਂ ਕੱਲ ਵੀ ਸਾਡੇ ਪ੍ਰਧਾਨ ਸਾਹਿਬ ਨੇ ਵੀ ਕੀਤੀ ਆ ਅੱਜ ਮੈਂ ਫੇਰ ਉਹ ਗੱਲ ਇਸ ਲਈ ਦੁਹਰਾ ਰਿਹਾ ਹਾਂ ਕਿਉਂਕਿ ਇਹ ਮਿਲੀ ਭੁਗਤ ਹੈ ਜੀ ਕਾਂਗਰਸ ਦੀ ਸਿੱਧੀ ਉੱਤੋਂ ਔਰ ਇਹ ਧਾਰਮਿਕ ਐਡਵਾਈਜ਼ਰ ਜਿਹੜੇ ਸੀਐਮ ਦੇ ਨੇ ਸਰਨਾ ਜੀ ਉਹਨਾਂ ਦੀ ਬੇਟੀ ਦੇ 2-3 ਟਰੱਕ ਜਿਹੜੇ ਫੜੇ ਗਏ ਉਹਨਾਂ ਤੇ ਕੀ ਕਾਰਵਾਈ ਹੋਈ ਕਿੰਨੇ ਟਰੱਕ ਨਹੀਂ ਫੜੇ ਗਏ ਸੋ ਕੰਮ ਤਾਂ ਸਾਰਾ ਕੁਝ ਜਿਹੜਾ ਐਕਸਾਈਜ਼ ਦਾ ਪੁਲਿਸ ਦਾ ਹੈ ਚਾਹੇ ਕਾਂਗਰਸ ਲੀਡਰ ਜ਼ਿਲ੍ਹੇ 'ਚ ਕਰ ਰਹੇ ਆ ਮਗਰ ਚੱਲਦਾ ਬਿਲਕੁਲ ਟੌਪ ਤੋਂ ਬਾਟਮ ਤੱਕ ਰਿਹਾ ਸਾਰੇ ਇਨਵੋਲਡ ਹੈ ਵਿੱਚ ਔਰ ਤੁਸੀਂ ਦੇਖੋ ਉਸ ਐਸਐਸਪੀ ਨੂੰ ਤਰਨਤਾਰਨ ਐਸਐਸਪੀ ਇਨਸਟੈਡ ਆਫ ਬੀਇੰਗ ਬੁੱਕ ਫॉर ਮਰਡਰ ਉਹਨੂੰ ਤਾਂ ਰਿਵਾਰਡ ਕਰਤਾ अमृतसर रूरल बड़ा डिस्ट्रिक्ट देके सो क्या होगा अब अमृतसर रूरल में ये काम करेगा और जितने भी एमएलए हैं उनके इशारों पे थानेदार लग रहे हैं डीएसपी लग रहे हैं पुलिस की रली मिली भुगत के बगैर ये काम चलता ही नहीं है तो व्हाई नो एक्शन अगेंस्ट देम देखो मैं अज भी ਇਹਦਾ ਚ ਐਕਸਾਈਜ਼ ਐਕਟ ਲਾਇਆ ਜੀ ਕਈ ਕੇਸਿਸ ਚ 302 ਦਾ ਪਰਚਾ ਹੋ ਗਿਆ ਤੇ 100 ਤੋਂ ਵੱਧ ਮੌਤਾਂ 302 ਦੀ ਧਾਰਾ ਕਿਉਂ ਨਹੀਂ ਲਾ ਰਹੇ ਹਲੇ ਵੀ ਉਹ ਜਿਹੜਾ ਐਕਸਾਈਜ਼ ਐਕਟ ਹੈ ਕੱਲਾ ਉਹ ਲਾ ਕੇ ਤੇ ਆ ਲਿਵਿੰਗ ਪੀਪਲ ਬੰਦ ਕਰ ਦੇ ਯਾਰ ਲਾਈਟ